हाँ जी, सत श्री अकाल दोस्तों। स्वागत है तुहाडा उड़ान इंस्टीट्यूट बठिंडा दे विच। अज दे इस ऑनलाइन लैक्चर दे विच असीं डिस्कस करांगे एजुकेशन साइकोलॉजी, जिस नूं तुसीं आम साइको कहंदे हो। तुसीं जाणदे हो कि टैट भावें तुसीं सी टैट देना जां पी एस टैट देना जां राजस्थान टैट जां हरियाणा टैट, कोई भी टैट देना तो उहदे च साइकोलॉजी जिहड़ा एक बहुत इंपॉर्टेंट पार्ट आ। उसे साइकोलॉजी दे विचों असीं पिछले कई दिनों तो इन्हां लैक्चर्स थ्रू रूबरू हो रहे हैं। ऑनलाइन क्लासेस ਦੇ ਵਿੱਚ ਤੁਸੀਂ ਸਾਨੂੰ ਮਿਲ ਰਹੇ ਹੋ। ਤਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਜੋ ਥਿਊਰੀ ਡਿਸਕਸ ਕਰਨ ਜਾ ਰਹੇ ਹਾਂ ਉਹ ਐਰਿਕ ਰਿਕਸਨ ਦੀ ਥਿਊਰੀ ਆ। ਤਾਂ ਚਲੋ ਜੀ ਅਸੀਂ ਕਰਦੇ ਹਾਂ ਸ਼ੁਰੂ। ਇਹ ਥਿਊਰੀ ਕੀ ਹੈ ਜੀ? ਇਹ ਥਿਊਰੀ ਹੈ ਸਾਈਕੋ ਸੋਸ਼ਲ ਥਿਊਰੀ ਬਾय एरिक एरिक्सन। साइको सोशल थ्योरी बाय एरिक एरिक्सन। ठीक है जी, ये असी इस थ्योरी नूं पढ़ांगे। असी अज इस थ्योरी दे विच सब तो पहली गल कि एरिक एरिक्सन सानूं दसदा की आ। इंपॉर्टेंट थ्योरी आ, इहदे चों काफ़ी सारे क्वेश्चनस आउंदे ने। सब तो शुरुआत जदों असी किसी भी थ्योरी बारे करदे हां तां जे तुसीं उहनूं अच्छे तरीके नाल समझना चाहुंदे हो ਤਾਂ ਸਭ ਤੋਂ ਪਹਿਲਾਂ ਤਾਂ ਉਹਦੇ ਜਿਹੜੀਆਂ ਬੇਸਿਕ ਕਨਸੈਪਟਸ ਨੇ ਸਾਨੂੰ ਉਹਨਾਂ ਨੂੰ ਸਮਝਣਾ ਚਾਹੀਦਾ। ਬੇਸਿਕਲੀ ਮੈਂ ਆਖੂੰਗਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਟਾਈਟਲ ਨੂੰ ਹੀ ਸਮਝਣਾ ਚਾਹੀਦਾ ਕਿ ਟਾਈਟਲ ਕੀ ਬੋਲ ਰਿਹਾ। ਤਾਂ ਦੇਖੋ ਇਸ ਦੇ ਟਾਈਟਲ ਦੇ ਵਿੱਚ ਵੈਸੇ ਤਾਂ ਇਹਦੇ 2-3 ਟਾਈਟਲ ਨੇ। ਚਲੋ ਆਪਾਂ ਸਾਰਿਆਂ ਨੂੰ ਹੀ ਇਕੱਲੇ ਨੂੰ ਡਿਫਾਈਨ ਕਰਦੇ ਹਾਂ, ਫਿਰ ਇਹ ਥਿਊਰੀ ਨੂੰ ਅੱਗੇ ਲੈ ਕੇ ਚੱਲਾਂਗੇ। ਇੱਕ ਤਾਂ ਹੈ ਜੀ ਸਾਈਕੋ ਸੋਸ਼ਲ ਥਿਊਰੀ। ਠੀਕ ਹੈ ਜੀ। ਇੱਕ ਇਹਨੂੰ ਅਸੀਂ ਕਹਿੰਦੇ ਆ ਜੀ ਲਾਈਫ ਸਪੈਨ ਥਿਊਰੀ। ਇੱਕ ਅਸੀਂ ਇਹਨੂੰ ਕਹਿੰਦੇ ਆ ਜੀ ਆਇਡੈਂਟੀਕਲ ਕ੍ਰਾਈਸਿਸ ਥਿਊਰੀ। ਤਿੰਨ ਬੇਸਿਕਲੀ ਇੰਪੋਰਟੈਂਟ ਨਾਮ ਨੇ ਇਹਦੇ, ਤੁਸੀਂ ਇਹਨਾਂ ਨੂੰ ਨੋਟ ਕਰੋ। ਹਾਂਜੀ, ਤਾਂ ਸਭ ਤੋਂ ਜਿਹੜਾ ਮੈਨੂੰ ਇੰਪੋਰਟੈਂਟ ਜੋ ਕਨਸੈਪਟ ਲੱਗਦਾ ਇਹਦੇ ਵਿੱਚ ਉਹ ਪਹਿਲਾ ਸ਼ੁਰੂਆਤ ਆ। ਦੇਖੋ ਤੁਸੀਂ ਇਹਦੇ 'ਚ ਦੋ ਸ਼ਬਦਾਂ ਤੋਂ ਮਿਲ ਕੇ ਇਹ ਟਾਈਟਲ ਬਣਿਆ, ਇੱਕ ਤਾਂ ਸਾਈਕੋ ਤੇ ਇੱਕ ਸੋਸ਼ਲ, ਹਨਾ। ਪਹਿਲਾਂ ਅਸੀਂ ਸੌਖੇ ਰੂਪ ਦੇ ਵਿੱਚ ਜਦੋਂ ਅਸੀਂ ਸਾਈਕੋ ਨੂੰ ਦੇਖਦੇ ਤਾਂ ਸਾਈਕੋ ਕੀ ਹੈ ਜੀ? ਅੱਜ ਸਾਇੰਸ ਆਫ ਬਿਹੇਵੀਅਰ ਆ ਜੀ, ਤੁਹਾਡੇ ਵਿਵਹਾਰ ਦਾ ਗਿਆਨ। ਆਪਾਂ ਪਿਛਲੇ ਲੈਕਚਰਾਂ 'ਚ ਇਹ ਗੱਲ ਕੀਤੀ ਹੋਈ ਆ। ਸਾਈਕੋਲੋਜੀ ਫਿਰ ਹੈ ਜੀ ਸੋਸ਼ਲ। ਸੋਸ਼ਲ ਦਾ ਮਤਲਬ ਤੁਸੀਂ ਸੁਸਾਇਟੀ ਕਹਿ ਸਕਦੇ ਹੋ, ਤੁਸੀਂ ਸਮਾਜ ਕਹਿ ਸਕਦੇ ਹੋ, ਤੁਸੀਂ ਸਮਾਜਿਕ ਪੱਖ ਕਹਿ ਸਕਦੇ ਹੋ। ਤਾਂ ਦੇਖੋ ਜੀ, ਇਸ ਥਿਊਰੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਤੁਸੀਂ ਸਮਝਣੀ ਆ ਉਹ ਇਹ ਆ ਕਿ ਐਰਿਕ ਰਿਕਸਨ ਇਸ ਥਿਊਰੀ ਦੇ ਵਿੱਚ ਕੀ ਦੱਸਦਾ। ਉਹ ਦੋ ਬਹੁਤ ਇੰਪੋਰਟੈਂਟ ਕਨਸੈਪਟਸ ਨੂੰ ਇਕੱਠਾ ਲੈ ਕੇ ਆਉਂਦਾ, ਇੱਕ ਸਾਈਕੋਲੋਜੀ ਤੇ ਇੱਕ ਸੋਸ਼ਲ। ਤੇ ਐਰਿਕ ਰਿਕਸਨ ਦੱਸਦਾ ਕਿ ਜਿਹੜਾ ਤੁਹਾਡਾ ਬਿਹੇਵੀਅਰ ਆ, ਜੋ ਬੱਚੇ ਦਾ ਬਿਹੇਵੀਅਰ ਆ, ਉਹਨੂੰ ਕਿਸ ਤਰੀਕੇ ਨਾਲ ਸੁਸਾਇਟੀ ਪ੍ਰਭਾਵਿਤ ਕਰਦੀ ਹੈ ਜੀ। ਤੁਹਾਡੇ ਵਿਵਹਾਰ ਨੂੰ, ਤੁਹਾਡੇ ਬਿਹੇਵੀਅਰ ਨੂੰ ਸੁਸਾਇਟੀ ਨਿਸ਼ਚਿਤ ਕਰਦੀ ਆ। ਇਹ ਕਿਸ ਤਰ੍ਹਾਂ ਕਰਦੀ ਆ ਉਹ ਅਸੀਂ ਇਸ ਥਿਊਰੀ 'ਚ ਪੜ੍ਹਨਾ। ਤਾਂ ਨੰਬਰ 1 ਗੱਲ, ਜਦੋਂ ਇਸ ਥਿਊਰੀ ਨੂੰ ਤੁਸੀਂ ਇਹਦੇ ਨੋਟਸ ਜਾਂ ਆਪਦੀ ਕਾਪੀ ਤੇ ਨੋਟ ਕਰਨਾ ਚਾਹੋਗੇ ਤਾਂ ਪਹਿਲੀ ਗੱਲ ਕੀ ਹੋਊਗੀ ਕਿ ਸਮਾਜ ਸਾਡੇ ਵਿਵਹਾਰ ਨੂੰ ਨਿਸ਼ਚਿਤ ਕਰਦਾ। ਸਾਡੇ ਵਿਵਹਾਰ, ਸਾਡੇ ਬਿਹੇਵੀਅਰ ਨੂੰ ਸਮਾਜ, ਸੁਸਾਇਟੀ, ਸਾਡਾ ਆਲਾ ਦੁਆਲਾ ਹੀ ਬਣਾਉਂਦਾ ਗਾ। ਇਹ ਐਰਿਕ ਰਿਕਸਨ ਕਹਿੰਦਾ। ਕਿਵੇਂ ਬਣਾਉਂਦਾ ਉਹਦੀ ਅੱਗੇ ਗੱਲ। ਫਿਰ ਜੀ ਲਾਈਫ ਸਪੈਨ ਥਿਊਰੀ। ਲਾਈਫ ਸਪੈਨ ਥਿਊਰੀ ਇਹਨੇ ਜੀ ਪੂਰੀ ਲਾਈਫ ਨੂੰ 8 ਤੁਸੀਂ ਸਪੈਨ ਕਹਿ ਲਓ ਜਾਂ ਪਾਰਟਸ ਕਹਿ ਲਓ ਜਾਂ ਤੁਸੀਂ ਸਟੇਜਸ ਕਹਿ ਸਕਦੇ ਹੋ ਦੇ ਵਿੱਚ ਵੰਡਿਆ। ਇਹ ਕਹਿੰਦਾ ਜੀ ਇਹ 8 ਇਹਨੇ ਪੂਰੀ ਜ਼ਿੰਦਗੀ ਨੂੰ 8 ਹਿੱਸਿਆਂ ਦੇ ਵਿੱਚ ਵੰਡਤਾ ਤੇ ਇਹ ਦੱਸਦਾ ਸਾਨੂੰ ਕਿ ਹਰ ਹਿੱਸੇ ਦੇ ਵਿੱਚ ਸੁਸਾਇਟੀ ਕਿਸ ਤਰੀਕੇ ਨਾਲ ਤੁਹਾਡੇ ਬਿਹੇਵੀਅਰ ਨੂੰ ਪ੍ਰਭਾਵਿਤ ਕਰੂਗੀ, ਉਹ ਗੱਲ ਇਹ ਦੱਸੂਗਾ। ਤਾਂ ਲਾਈਫ ਸਪੈਨ ਥਿਊਰੀ ਨੂੰ ਤਾਂ ਕਹਿੰਦੇ ਆ। ਤੀਸਰਾ ਜੀ ਕ੍ਰਾਈਸਿਸ। ਇਹ ਸ਼ਬਦ ਤੇ ਧਿਆਨ ਦਿਓ ਤੁਸੀਂ। ਟਕਰਾਅ। ਤਾਂ ਇਸ ਟਾਈਟਲ 'ਚ ਇਹ ਕੀ ਡਿਫਾਈਨ ਕਰਦਾ ਕਿ ਜਿਹੜੇ 8 ਸਪੈਨ ਨੇ ਨਾ, 8 ਸਟੇਜਸ ਨੇ, ਉਹਨਾਂ ਹਰ ਸਟੇਜ ਦੇ ਵਿੱਚ ਇਨਸਾਨ ਇੱਕ ਟਕਰਾਅ, ਇੱਕ ਕ੍ਰਾਈਸਿਸ ਦਾ ਸਾਹਮਣਾ ਕਰਦਾ। ਉਸ ਕ੍ਰਾਈਸਿਸ ਦੇ ਵਿੱਚੋਂ ਕਿਵੇਂ ਨਿਕਲ ਕੇ ਜਾਂਦਾ,
ਇਹੀ ਉਹਦਾ ਬਿਹੇਵੀਅਰ ਨਿਸ਼ਚਿਤ ਹੋਊਗਾ। ਹਰ ਸਪੈਨ, ਹਰ ਜ਼ਿੰਦਗੀ ਦੇ ਇੱਕ ਹਿੱਸੇ ਦੇ ਵਿੱਚ, ਜੋ 8 ਹਿੱਸਿਆਂ 'ਚ ਹੀ ਜ਼ਿੰਦਗੀ ਨੂੰ ਵੰਡਿਆ ਗਾ ਐਰਿਕ ਐਰਿਕਸਨ ਨੇ, ਤਾਂ ਹਰ ਹਿੱਸੇ ਦੇ ਵਿੱਚ ਤੁਸੀਂ ਇੱਕ ਟਕਰਾਅ, ਇੱਕ ਐਸੀ ਸਿਚੁਏਸ਼ਨ, ਕ੍ਰਾਈਸਿਸ ਦਾ ਸਾਹਮਣਾ ਕਰਦੇ ਹੋ। ਉਸ ਕ੍ਰਾਈਸਿਸ ਦੇ ਵਿੱਚੋਂ ਸੋਸਾਇਟੀ ਤੁਹਾਨੂੰ ਇੱਕ ਪੱਖ ਦਿੰਦੀ ਹੈ ਤੇ ਤੁਸੀਂ ਉਹਦੇ ਚੋਂ ਇੱਕ ਸਾਈਡ ਹੋ ਕੇ ਨਿਕਲਦੇ ਹੋ। ਉਹੀ ਤੁਹਾਡੇ ਬਿਹੇਵੀਅਰ ਨੂੰ ਡਿਸਾਈਡ ਕਰਦੇ ਆ। ਇਹ ਗੱਲ ਤੁਸੀਂ ਅੱਗੇ ਜਦੋਂ ਆਪਾਂ ਇਹਦੇ ਸਪੈਨਸ ਕਰਾਂਗੇ ਤਾਂ ਤੁਸੀਂ ਉਹਦੇ 'ਚ ਇਸ ਗੱਲ ਨੂੰ ਸਮਝੋਗੇ। ਤਾਂ ਸਟਾਰਟਿੰਗ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਸਾਈਕੋ ਸੋਸ਼ਲ ਥਿਊਰੀ ਜਿਹੜੀ ਐਰਿਕ ਐਰਿਕਸਨ ਥਿਊਰੀ ਦਿੰਦਾ, ਉਹਦੇ 'ਚ ਇਹ ਸਾਨੂੰ ਦੱਸਦਾ ਕੀ ਹੈ ਕਿ ਸੋਸਾਇਟੀ ਕਿਸ ਤਰੀਕੇ ਨਾਲ ਤੁਹਾਡੇ ਬਿਹੇਵੀਅਰ ਨੂੰ ਪ੍ਰਭਾਵਿਤ ਕਰਦੀ ਆ। ਉਹਦੇ 'ਚ ਇਹਨੇ 8 ਸਪੈਨ, 8 ਹਿੱਸਿਆਂ ਦੇ ਵਿੱਚ ਜ਼ਿੰਦਗੀ ਨੂੰ ਵੰਡਿਆ ਤੇ ਇਹ ਕਹਿੰਦਾ ਕਿ ਹਰ ਹਿੱਸੇ ਦੇ ਵਿੱਚ ਇੱਕ ਟਕਰਾਅ ਪੈਦਾ ਹੁੰਦਾ। ਉਸ ਟਕਰਾਅ 'ਚੋਂ ਹੀ ਤੁਹਾਡਾ ਬਿਹੇਵੀਅਰ ਨਿਕਲ ਕੇ ਆਉਂਦਾ। ਕੀ ਟਕਰਾਅ ਨੇ? ਚਲੋ ਹੁਣ ਅਸੀਂ ਪਹਿਲੇ ਸਪੈਨ ਦੀ ਗੱਲ ਕਰਾਂਗੇ। ਸਭ ਤੋਂ ਪਹਿਲੇ ਸਪੈਨ ਦੀ ਗੱਲ ਕਰਾਂਗੇ। ਤਾਂ ਪਹਿਲਾ ਸਪੈਨ ਕਿਹੜਾ ਜੀ? ਟਰਸਟ ਵਰਸਸ ਮਿਸਟਰਸਟ। ਇਹ ਜ਼ੀਰੋ ਤੋਂ ਮਤਲਬ ਕਿ ਬਰਥ ਤੋਂ ਲੈ ਕੇ ਲਗਭਗ 1.5 ਸਾਲ ਦੀ ਸਟੇਜ ਹੈ, ਮੁੱਢਲੀ ਸਟੇਜ ਹੈ ਜਿਹੜੀ। ਜ਼ੀਰੋ ਤੋਂ ਮਤਲਬ ਮੇਰਾ ਇੱਥੇ ਬਰਥ ਤੋਂ ਆ, 1.5 ਜਾਂ ਤੁਸੀਂ 2 ਸਾਲ ਕਹਿ ਸਕਦੇ ਹੋ। ਕਈ ਬੁੱਕਸ ਦੇ ਵਿੱਚ ਇਹਨੂੰ 2 ਵੀ ਲਿਖਿਆ ਜਾਂਦਾ ਹੈ, ਮਾਈਨਰ ਫਰਕ ਹੈ, ਇੰਨਾ ਤੁਹਾਡੀ ਸਮਝ ਬਣਦੀ ਆ, ਹਨਾ। ਤਾਂ ਪਹਿਲਾ ਹੈਗਾ ਜੀ ਟਰਸਟ ਵਰਸਸ ਮਿਸਟਰਸਟ। ਤਾਂ ਪਹਿਲਾ ਸਪੈਨ ਜਾਂ ਹਿੱਸਾ ਕਹਿ ਸਕਦੇ ਹੋ ਤੁਸੀਂ ਇਹਨੂੰ। ਇੱਥੇ ਨੂੰ ਕ੍ਰਾਈਸਿਸ ਕੀ ਆ? ਟਕਰਾਅ ਕੀ ਆ? ਟਕਰਾਅ ਹੈਗਾ ਵਿਸ਼ਵਾਸ ਬਨਾਮ ਅਵਿਸ਼ਵਾਸ। ਵਿਸ਼ਵਾਸ ਤੇ ਅਵਿਸ਼ਵਾਸ ਦਾ ਟਕਰਾਅ ਜੀ। ਕਿਵੇਂ ਟਕਰਾਅ ਜੀ? ਹੁਣ ਅਸੀਂ ਇਹਨੂੰ ਐਕਸਪਲੇਨ ਕਰਨਾਗਾ। ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਜੀ, ਇਸ ਦੇ ਵਿੱਚ ਹੁੰਦਾ ਕੀ ਆ ਜੀ? ਇਨਫੈਂਸੀ ਪੀਰੀਅਡ ਆ ਜੀ ਇਹ, ਹਨਾ। ਤੁਸੀਂ ਜਾਣਦੇ ਹੋ ਕਿ 0 ਤੋਂ 2 ਸਾਲ ਦੇ ਹਿੱਸੇ ਨੂੰ ਅਸੀਂ, ਲਾਈਫ ਦੇ ਇਸ ਹਿੱਸੇ ਨੂੰ ਅਸੀਂ ਇਨਫੈਂਸੀ ਪੀਰੀਅਡ ਕਹਿੰਦੇ ਆ, ਠੀਕ ਹੈ ਜੀ। ਫਿਰ ਅਸੀਂ ਗੱਲ ਕਰਕੇ ਇਸ ਸਮੇਂ ਤੇ ਬੱਚਾ ਸੈਂਸਸ ਦੇ ਬੇਸਡ ਹੁੰਦਾ। ਸੈਂਸਸ ਸਮਝਦੇ ਹੋ ਨਾ ਤੁਸੀਂ? 5 ਸੈਂਸਸ ਨੇ, ਦੇਖਣਾ, ਸੁਣਨਾ, ਸੁੰਘਣਾ, ਸਮੈਲ ਕਰਨਾ, ਸਪਰਸ਼ ਕਰਨਾ। ਸੈਂਸਸ ਬੇਸਡ ਹੁੰਦਾ ਜੀ ਬੱਚਾ ਇੱਥੇ, ਠੀਕ ਹੈ ਜੀ। ਫਿਰ ਜੀ ਇੱਥੇ ਬੱਚੇ ਦੀ ਕੀ ਹਾਲਤ ਹੁੰਦੀ ਹੈ? ਮਦਰ ਫੀਡਿੰਗ ਕਰਦਾ ਜੀ ਉਹ, ਹਨਾ। ਉਹਦੇ ਕੋਲੇ ਆਪਦੀ ਭਾਸ਼ਾ ਨਹੀਂ ਹੁੰਦੀ। ਭਾਸ਼ਾ ਉਹ ਅਜੇ ਸਿੱਖਣ ਦੇ ਪ੍ਰੋਸੈਸ 'ਚ ਆ। ਜਿਵੇਂ ਤੁਸੀਂ ਜਾਣਦੇ ਹੋ ਕਿ 9 ਮਹੀਨੇ ਦਾ ਬੱਚਾ ਇੱਕ ਸ਼ਬਦ ਨੂੰ ਬੋਲਣ ਲੱਗਦਾ ਤੇ 1.5 ਸਾਲ ਦਾ ਬੱਚਾ 2 ਸ਼ਬਦਾਂ ਨੂੰ ਜੋੜ ਕੇ ਬੋਲਣ ਲੱਗਦਾ। ਫਿਰ 2 ਸਾਲ ਦਾ ਬੱਚਾ 3 ਸ਼ਬਦਾਂ ਦੇ ਨੂੰ ਜੋੜ ਕੇ ਸੈਂਟੈਂਸ ਬਣਾਉਣ ਲੱਗ ਜਾਂਦਾ। ਤਾਂ ਉਹ ਸਮਾਂ ਹੈ। ਹੁਣ ਦੇਖੋ ਤੁਸੀਂ ਕਿ ਟਰਸਟ ਵਰਸਸ ਮਿਸਟਰਸਟ ਆ। ਹੁਣ ਇਹਦੇ 'ਚ ਅਸੀਂ ਜੋ ਇਹਦਾ ਮੇਨ ਟਾਈਟਲ ਆ, ਸਾਈਕੋ ਪਲੱਸ ਸੋਸਾਇਟੀ ਜਾਂ ਸੋਸ਼ਲ, ਕਿਵੇਂ ਲੈ ਕੇ ਆਵਾਂਗੇ? ਦੇਖੋ ਜੀ, ਇੱਥੇ ਮੈਂ ਉਦਾਹਰਨ ਦੇ ਤੌਰ ਤੇ ਸਮਝਾਉਂਗਾ ਕਿ ਬੱਚੇ 'ਚ ਲੱਛਣ ਕੀ ਹੁੰਦੇ ਆ। ਇਸ ਵੇਲੇ ਇਨਫੈਂਸੀ ਪੀਰੀਅਡ ਹੁੰਦਾ, ਸੈਂਸਸ ਬੇਸ ਤੇ ਉਹਨੂੰ ਭੁੱਖ ਲੱਗਦੀ ਆ, ਉਹ ਰੋਂਦਾ, ਉਹਦੇ ਅਸੀਂ ਸਪਰਸ਼ ਕਰਦੇ ਆ, ਉਹ ਹੱਸਦਾ, ਹਨਾ। ਉਹ ਆਪਦਾ ਸੁੱਖ ਦੁੱਖ ਸਭ ਉਹਨੇ ਰੋ ਕੇ ਹੱਸ ਕੇ ਬਿਆਨ ਕਰਨਾ। ਭਾਸ਼ਾ ਜੇ ਉਹਦੇ ਕੋਲੇ ਨਹੀਂ ਹੈ, ਮਦਰ ਤੇ ਡਿਪੈਂਡੈਂਸੀ, ਉਹਦੀ ਮਦਰ ਫੀਡ ਲੈਂਦਾ, ਪੂਰੀ ਤਰ੍ਹਾਂ ਫੈਮਿਲੀ ਤੇ ਡਿਪੈਂਡੈਂਸੀ ਆ। ਇਸ ਸਮੇਂ ਦੇ ਵਿੱਚ ਸੋਸ਼ਲ ਮਤਲਬ ਕਿ ਸੋਸਾਇਟੀ ਉਹਦੀ ਕਿਹੜੀ ਹੋਊ? ਜਿਹੜੀ ਫੈਮਿਲੀ ਹੋਊਗੀ, ਕਿਉਂਕਿ ਅਜੇ ਤੱਕ ਉਹ ਬਾਹਰ ਮੇਨ ਸੋਸਾਇਟੀ ਦਾ ਗਿਆ ਹੀ ਨਾ। ਫੈਮਿਲੀ ਸੋਸ਼ਲਾਈਜੇਸ਼ਨ ਉਹਦਾ ਫੈਮਿਲੀ ਕਰ ਰਹੀ ਹੈ, ਤਾਂ ਫੈਮਿਲੀ ਹੋ। ਤਾਂ ਬੇਸਿਕਲੀ ਫੈਮਿਲੀ ਉਹਦਾ ਸਾਈਕੋ ਕਿਵੇਂ ਬਣਾ ਰਹੀ ਹੈ, ਉਹਦਾ ਬਿਹੇਵੀਅਰ ਕਿਵੇਂ ਨਿਸ਼ਚਿਤ ਕਰ ਰਹੀ ਹੈ, ਇਹੀ ਇਸ ਫਸਟ ਸਟੈਪ ਦੇ ਵਿੱਚ ਗੱਲ ਆ। ਤਾਂ ਦੇਖੋ ਜੀ, ਜੇ ਤਾਂ ਫੈਮਿਲੀ ਬੱਚੇ ਦੇ ਨਾਲ, ਬੱਚੇ ਨੂੰ ਵਿਸ਼ਵਾਸ ਦੀ ਭਾਵਨਾ ਨਾਲ ਗਰੋ ਕਰ ਰਹੀ ਆ, ਮਤਲਬ ਕਿ ਫੈਮਿਲੀ ਬੱਚੇ ਨੂੰ ਅੱਛਾ ਪਿਆਰ ਸਤਿਕਾਰ ਦਿੰਦੀ ਆ, ਉਹਦੀ ਸਾਂਭ ਸੰਭਾਲ ਕਰਦੀ ਆ, ਉਹਦਾ ਰੱਖ ਰਖਾਵ ਕਰਦੀ ਆ। ਜਦੋਂ ਬੱਚਾ ਕੋਈ ਡਰ ਦੀ ਭਾਵਨਾ 'ਚ ਆ, ਕੋਈ ਤੁਸੀਂ ਕਹਿ ਸਕਦੇ ਹੋ ਕਿ ਉਹਨੂੰ ਕੋਈ ਤੰਗ ਤਕਲੀਫ ਆ, ਉਹ ਰੋ ਰਿਹਾ, ਫੈਮਿਲੀ ਉਹਨੂੰ ਪਿਆਰ ਦੁਲਾਰ ਇਹ ਸਭ ਕੁਝ ਮਿਲਦਾ ਬੱਚੇ ਨੂੰ, ਤਾਂ ਬੱਚਾ ਇਮੋਸ਼ਨਲੀ ਸਟਰੋਂਗ ਹੋ। ਇੱਥੇ ਉਹਦੇ ਇਮੋਸ਼ਨਸ ਬਣ ਰਹੇ ਨੇ, ਉਹਦਾ ਬਿਹੇਵੀਅਰ ਅਜੇ ਬਣ ਰਿਹਾ। ਜੇ ਫੈਮਿਲੀ ਵੱਲੋਂ ਉਹਨੂੰ ਸਾਥ ਮਿਲਦਾ ਤਾਂ ਉਹ ਸਟਰੋਂਗ ਬਣੂ। ਪਰ ਕਈ ਵਾਰੀ ਕੀ ਹੁੰਦਾ ਕਿ ਲਾਈਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰੀਏ ਕਿ ਕੁਝ ਫੈਮਿਲੀਜ਼ ਬੱਚਿਆਂ ਕੋਲੇ ਨਹੀਂ ਰਹਿ ਪਾਉਂਦੇ, ਜੌਬ ਕਰਕੇ, ਕਿਸੇ ਹੋਰ ਕਾਰਨਾਂ ਕਰਕੇ, ਹਨਾ। ਬੱਚਾ ਜਿਹੜਾ ਹੈਗਾ ਜਦੋਂ ਉਹ ਤਕਲੀਫਾਂ ਜਾਂ ਕਿਸੇ ਵੀ ਇੱਕ ਆਪਦੇ ਫੇਜ਼ ਨੂੰ ਫੇਸ ਕਰ ਰਿਹਾ, ਤਾਂ ਬੱਚੇ ਨੂੰ ਸਾਥ ਨਹੀਂ ਮਿਲਦਾ। ਉਹ ਵੱਖ-ਵੱਖ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦਾ ਗਾ। ਬੱਚੇ ਨੂੰ ਜੋ ਐਕਚੁਅਲ ਦੇ ਵਿੱਚ ਇਮੋਸ਼ਨਲੀ ਇੱਕ ਸਾਥ ਚਾਹੀਦਾ, ਉਹ ਉਹਦੀ ਫੈਮਿਲੀ, ਉਹਦੇ ਮਾਪਿਆਂ ਵੱਲੋਂ ਨਹੀਂ ਮਿਲਦਾ, ਤਾਂ ਬੱਚਿਆਂ ਦੇ ਵਿੱਚ ਮਿਸਟਰਸਟ ਦੀ ਭਾਵਨਾ ਪੈਦਾ ਹੋ ਜਾਂਦੀ ਹੈਗੀ। ਤਾਂ ਇੱਥੇ ਕ੍ਰਾਈਸਿਸ ਕੀ ਆ ਜੀ? ਜੇ ਤਾਂ ਤੁਸੀਂ ਬੱਚੇ ਨੂੰ ਪਿਆਰ ਦੁਲਾਰ ਬਹੁਤ ਸਾਂਭ ਸੰਭਾਲ ਨਾਲ ਰੱਖ ਰਹੇ ਹੋ, ਤਾਂ ਬੱਚੇ ਦੇ ਵਿੱਚ ਟਰਸਟ ਦੀ ਭਾਵਨਾ ਪੈਦਾ ਹੋਊਗੀ। ਜੇ ਬੱਚੇ ਨੂੰ ਇਹ ਪਿਆਰ ਸਤਿਕਾਰ, ਕਿ ਉਹਦੀ ਸੋਸਾਇਟੀ ਨਹੀਂ ਮਿਲੂਗੀ, ਸੋਸਾਇਟੀ ਉਹਦੀ ਕੀ ਆ? ਫੈਮਿਲੀ ਆ।
ਫਾਦਰ ਆ ਮਦਰ ਆ, ਜੇ ਉਹ ਫੈਮਿਲੀ ਜਾਂ ਸੋਸਾਇਟੀ ਨਹੀਂ ਮਿਲੂਗੀ ਬੱਚੇ ਨੂੰ ਤਾਂ ਬੱਚੇ ਦੀ ਸਾਈਕੋ ਦਾ ਮਤਲਬ ਬਿਹੇਵੀਅਰ, ਆਪਾਂ ਪਹਿਲਾਂ ਹੀ ਗੱਲ ਕੀਤੀ ਆ, ਬੱਚੇ ਦਾ ਬਿਹੇਵੀਅਰ ਵਿਗੜੂਗਾ, ਫਿਰ ਉਹ ਮਿਸਟਰਸਟ ਵਾਲੀ ਸਾਈਡ ਜਾਊਗਾ। ਜੇ ਸਭ ਕੁਝ ਠੀਕ ਹੋਊਗਾ ਤਾਂ ਉਹ ਟਰਸਟ ਵਾਲੀ ਸਾਈਡ ਜਾਊਗਾ। ਤਾਂ ਪਹਿਲੀ ਉਮਰ ਦੇ ਵਿੱਚ ਬੱਚੇ ਲਈ ਆਹ ਕ੍ਰਾਈਸਿਸ ਹੁੰਦਾ ਵਾ। ਹੁਣ ਬੱਚਾ ਕਿਹੜੀ ਸਾਈਡ ਨੂੰ ਜਾਂਦਾ ਉਹ ਫੈਮਿਲੀ ਤੇ ਡਿਪੈਂਡ ਕਰਦਾ। ਠੀਕ ਹੈ ਜੀ, ਅਗਲੀ ਸਟੇਜ ਤੇ ਚੱਲਦੇ ਹਾਂ ਜੀ ਆਪਾਂ। ਨੈਕਸਟ ਸਟੇਜ ਨੰਬਰ 2। ਸਟੇਜ ਨੰਬਰ 2 ਕੀ ਹੈ ਜੀ? ਆਟੋਨੋਮੀ ਵਰਸਸ ਸ਼ੇਮ। ਇਹ ਸੈਕੰਡ ਸਟੇਜ ਹੈ ਜੀ ਸਾਡੀ। 2 ਤੋਂ 4 ਸਾਲ ਦੇ ਬੱਚਿਆਂ ਦੀ ਇਹ ਸਟੇਜ ਹੈ ਜੀ। ਤੁਸੀਂ ਇਹਨੂੰ ਪ੍ਰੀ ਚਾਈਲਡਹੁੱਡ ਕਹਿ ਸਕਦੇ ਹੋ। 2 ਤੋਂ 4 ਸਾਲ ਦੇ ਬੱਚਿਆਂ ਦੀ ਇਹ ਸਟੇਜ ਆ। ਠੀਕ ਹੈ ਜੀ, ਪ੍ਰੀ ਚਾਈਲਡਹੁੱਡ ਦੀ ਇਹ ਸਟੇਜ ਆ। ਪ੍ਰੀ ਚਾਈਲਡਹੁੱਡ ਤੁਸੀਂ ਜਾਣਦੇ ਹੋ ਕਿ ਵੈਸੇ ਆਪਾਂ 3 ਤੋਂ 7 ਸਾਲ ਨੂੰ ਪ੍ਰੀ ਚਾਈਲਡਹੁੱਡ ਕਹਿੰਦੇ ਆ, 8 ਤੋਂ 12 ਸਾਲ ਦੇ ਸਮੇਂ ਨੂੰ ਆਪਾਂ ਲੇਟਰ ਚਾਈਲਡਹੁੱਡ ਕਹਿੰਦੇ ਆ, ਹਨਾ ਜੀ। ਇਸ ਦੇ ਵਿੱਚ ਵੀ ਬੱਚੇ ਦੀ ਡਿਪੈਂਡੈਂਸੀ ਹੈ ਜਿਹੜੀ ਉਹ ਆਪਦੀ ਫੈਮਿਲੀ, ਆਪਦੇ ਮਾਤਾ ਪਿਤਾ ਦੇ ਨਾਲ ਹੁੰਦੀ ਆ। ਉਹਦਾ ਰਿਸ਼ਤਾ ਜਿਹੜਾ ਅਜੇ ਹੋਰ ਸਟਰੋਂਗ ਹੋ ਰਿਹਾ ਹੁੰਦਾ ਮਾਤਾ ਪਿਤਾ ਦੇ ਨਾਲ। ਠੀਕ ਹੈ ਜੀ, ਇਸ ਉਮਰ ਤੇ ਜਿਹੜੀ ਹੈਗੀ ਆ 2-3 ਚੀਜ਼ਾਂ ਦੇ ਵਿੱਚ ਇੰਪੋਰਟੈਂਟ ਰੋਲ ਆ। ਦੇਖੋ ਕ੍ਰਾਈਸਿਸ ਕੀ ਆ, ਪਹਿਲਾਂ ਤਾਂ ਇੱਥੇ ਇਹ ਦੇਖੋ ਟਕਰਾਅ। ਆਟੋਨੋਮੀ ਦਾ ਮਤਲਬ ਆ ਖੁਦ ਮੁਖਤਿਆਰੀ। ਉਹ ਬੱਚੇ ਜਿੱਦ ਕਰਦੇ ਆ ਨਾ, ਮੈਂ ਖਾਣਾ ਵੀ ਆਪੇ ਖਾਊਂਗਾ, ਮੈਂ ਆਹ ਚੀਜ਼ ਵੀ ਆਪੇ ਕਰੂੰਗਾ। ਆਪਾਂ ਕਹਿੰਦੇ ਨਹੀਂ ਤੂੰ ਡੋਲ ਦੇਂਗਾ, ਖਰਾਬ ਕਰ ਦੇਂਗਾ ਵਗੈਰਾ ਵਗੈਰਾ। ਉਹ ਇੱਕ ਸ਼ੇਮ ਦਾ ਮਤਲਬ ਉਹਨੂੰ ਸ਼ਰਮਿੰਦਾ ਕਰਾ ਦੇਣਾ, ਹਨਾ। ਤਾਂ ਇਹਦੇ ਚ 2-3 ਚੀਜ਼ਾਂ ਨੇ ਮੇਨ ਜੀ, ਜਿਵੇਂ ਲਾਈਕ ਫੀਡਿੰਗ, ਕਿਉਂਕਿ ਇੱਥੇ ਆ ਕੇ ਬੱਚਾ ਮਦਰ ਫੀਡ ਤੋਂ ਹਟ ਜਾਂਦਾ ਤੇ ਉਹ ਨੈਚੁਰਲ ਫੂਡ ਖਾਂਦਾ। ਫਿਰ ਲਾਈਕ ਪੋਟੀ ਟ੍ਰੇਨਿੰਗ ਦੀ ਗੱਲ ਕਰਦੇ ਆ ਜੀ ਆਪਾਂ, ਜੋ ਨੈਚੁਰਲ ਪ੍ਰੋਸੈਸ ਆ। ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ ਜੋ ਉਹ ਇੱਥੇ ਹੁੰਦੀਆਂ ਨੇ। ਠੀਕ ਹੈ ਜੀ, ਹੁਣ ਤੁਸੀਂ ਦੇਖੋ ਕਿ ਫਿਰ ਉਹੀ ਗੱਲ ਸੋਸ਼ਲ 'ਚ ਇੱਥੇ ਵੀ ਕੌਣ ਆ? ਫੈਮਿਲੀ ਹੀ ਆ ਜੀ ਸੋਸ਼ਲ 'ਚ। ਹੁਣ ਫੈਮਿਲੀ ਇਸ ਸਟੇਜ ਤੇ ਆ ਕੇ ਕਿਵੇਂ ਉਹਦਾ ਬਿਹੇਵੀਅਰ ਬਣਾ ਰਹੀ ਆ, ਇਹਦੀ ਗੱਲ ਕਰਨੀ ਆਪਾਂ, ਕਿਉਂਕਿ ਕ੍ਰਾਈਸਿਸ ਕੀ ਆ? ਆਟੋਨੋਮੀ ਵਰਸਸ ਸ਼ੇਮ। ਦੇਖੋ ਜੀ, ਪਹਿਲੀ ਗੱਲ ਤਾਂ ਇਹ, ਜੇ ਤਾਂ ਇੱਥੇ ਬੱਚੇ ਨੂੰ ਉਹਦਾ ਪਰਿਵਾਰ, ਉਹਦੇ ਮਦਰ ਫਾਦਰ, ਉਹਦੀ ਫੈਮਿਲੀ ਆਟੋਨੋਮੀ ਦਿੰਦੀ ਆ, ਮਤਲਬ ਕਿ ਜੇ ਬੱਚਾ ਡੋਲ ਰਿਹਾ, ਕੁਛ ਖਾਣਾ ਖਾਂਦਾ ਹਨਾ, ਉਹਨੇ ਕੁਛ ਡੋਲਤਾ, ਉਹਦੇ ਪੇਰੈਂਟਸ ਜਾਂ ਉਹਦੀ ਫੈਮਿਲੀ ਕਹਿੰਦੀ ਆ ਵੀ ਇਟਸ ਓਕੇ, ਕੋਈ ਗੱਲ ਨਹੀਂ, ਤੂੰ ਜੋ ਕਰਨਾ ਖੁਦ ਕਰ, ਤੈਨੂੰ ਕੋਈ ਨਹੀਂ ਰੋਕੂਗਾ। ਠੀਕ ਹੈ ਜੀ, ਤਾਂ ਉਹਦੇ 'ਚ ਆਟੋਨੋਮੀ ਦੀ ਭਾਵਨਾ ਪੈਦਾ ਹੋਊਗੀ। ਜੇ ਬੱਚੇ ਨੇ ਕੋਈ ਸਬਜ਼ੀ ਡੋਲਤੀ, ਕੁਝ ਵੀ ਇਸ ਤਰ੍ਹਾਂ ਦਾ ਕੁਝ ਜੋ ਕੰਮ ਮਾਪੇ ਨਹੀਂ ਚਾਹੁੰਦੇ, ਬੱਚੇ ਨੇ ਕੁਝ ਵਿਗਾੜਤਾ, ਤਾਂ ਮਾਪੇ ਉਹਨੂੰ ਸ਼ੇਮ ਦੀ ਭਾਵਨਾ, ਇਹ ਕਮਲਾ ਬੱਚਾ, ਇਹ ਐਵੇਂ, ਉਹਨੂੰ ਡਾਂਟਣਾ, ਉਹਨੂੰ ਥੋੜਾ ਬਹੁਤਾ ਮਾਰ ਦੇਣਾ, ਘੂਰ ਦੇਣਾ। ਜਦੋਂ ਬੱਚਾ ਇਹ ਚੀਜ਼ ਮਾਪੇ ਇਹ ਚੀਜ਼ ਕਰਨਗੇ ਤਾਂ ਬੱਚੇ ਦੇ ਵਿੱਚ ਸ਼ੇਮ ਦੀ ਭਾਵਨਾ ਪੈਦਾ ਹੋਊਗੀ। ਤਾਂ ਬੇਸਿਕਲੀ ਸੋਸਾਇਟੀ ਆ, ਜੇ ਵੀ ਫੈਮਿਲੀ ਆ, ਤਾਂ ਇੱਥੇ ਵੀ ਉਹਦੀ ਸੋਸਾਇਟੀ ਉਹਦੀ ਸਾਈਕੋਲੋਜੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਆ, ਇਹ ਗੱਲ ਆ। ਤੁਸੀਂ ਇੱਕ ਉਦਾਹਰਨ ਦੀ ਗੱਲ ਦੇਖੋ, ਜਿਹੜੇ ਬੱਚੇ ਨੂੰ ਅਸੀਂ ਇੱਥੇ ਖੁਦ ਕੰਮ ਕਰਨ ਦੀ ਆਜ਼ਾਦੀ ਜਾਂ ਆਟੋਨੋਮੀ ਨਹੀਂ ਦੇਵਾਂਗੇ, ਵੱਡਾ ਹੋ ਕੇ ਉਹ ਆਪਦੇ ਫੈਸਲੇ ਆਪ ਕਿਵੇਂ ਲੈ ਸਕੂਗਾ? ਕਿਉਂਕਿ ਐਰਿਕ ਰਿਕਸਨ ਕੀ ਕਹਿੰਦਾ ਕਿ ਹਰ ਸਪੈਨ ਜਾਂ ਹਰ ਸਟੇਜ ਆ ਜਿਹੜੀ, ਪਿਛਲੀ ਸਟੇਜ ਆਉਣ ਵਾਲੀ ਸਟੇਜ ਨੂੰ ਪ੍ਰਭਾਵਿਤ ਕਰਦੀ ਆ ਜੀ। ਜੇ ਬੱਚਾ ਪਹਿਲੀ ਸਟੇਜ 'ਚ, ਜੇ ਆਪਾਂ ਗੱਲ ਕਰੀਏ ਪਹਿਲੀ ਸਟੇਜ 'ਚ ਮਿਸਟਰਸਟ ਦੀ ਭਾਵਨਾ ਨਾਲ ਰਿਹਾਗਾ 1.5-2 ਸਾਲ ਪਹਿਲਾਂ, ਇੱਥੇ ਆ ਕੇ ਉਹ ਡਾਇਰੈਕਟਲੀ ਆਟੋਨੋਮੀ 'ਚ ਨਹੀਂ ਆਊਗਾ, ਇੱਥੇ ਆ ਕੇ ਉਹ ਸ਼ੇਮ ਵਾਲੇ ਪਾਸੇ ਹੀ ਆਊਗਾ। ਉਹ ਆਪ ਕੰਮ ਕਰਨ, ਉਹਦੇ 'ਚ ਡਰ ਹੋਊਗਾ, ਉਹਦੇ 'ਚ ਅਸਹਿਜ ਹੋਣ ਦੀ ਭਾਵਨਾ ਹੋਊਗੀ। ਇੱਥੇ ਲਾਈਕ ਬੱਚੇ ਪੋਟੀ ਟ੍ਰੇਨਿੰਗ ਨੂੰ ਲੈ ਕੇ ਕੋਈ ਐਕਟੀਵਿਟੀਜ਼ ਕਰਦੇ ਨੇ, ਮਾਪੇ ਉਹਨਾਂ ਨੂੰ ਘੂਰ ਦਿੰਦੇ ਨੇ, ਉਹਨਾਂ ਨੂੰ ਸ਼ੇਮ ਕਰ ਦਿੰਦੇ ਨੇ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਕਰ ਦਿੰਦੇ ਨੇ ਕਿ ਬੱਚੇ ਨੂੰ ਸੰਗ ਸ਼ਰਮ ਮਹਿਸੂਸ ਹੁੰਦੀ ਹੈ ਇਸ ਸਮੇਂ ਤੇ, ਹਨਾ, ਉਹਨੂੰ ਚੜਾ ਦੇਣਾ। ਤਾਂ ਇਹ ਸਭ ਕੁਝ ਗੱਲਾਂ ਨੇ ਉਹਦੇ ਆਲੇ ਦੁਆਲੇ ਦੀ ਜਿਹੜੀ ਸੋਸਾਇਟੀ ਆ, ਜੇ ਉਹ ਕਰਦੀ ਆ ਤਾਂ ਬੱਚਾ ਸ਼ੇਮ ਦੀ ਭਾਵਨਾ 'ਚ ਜਾਊਗਾ। ਜੇ ਉਹ ਬੱਚੇ ਨੂੰ ਬਹੁਤ ਧਿਆਨ ਦੇ ਨਾਲ ਹੌਸਲਾ ਵਧਾ ਕੇ ਅੱਗੇ ਚਲਾਉਂਦੇ ਨੇ ਤਾਂ ਉਹ ਆਟੋਨੋਮੀ ਦੀ ਭਾਵਨਾ 'ਚ ਜਾਊਗਾ ਕਿ ਤੂੰ ਗਲਤ ਕਰਦਾ ਕਰ, ਬਟ ਇਟਸ ਓਕੇ, ਅਸੀਂ ਤੇਰੇ ਨਾਲ ਆ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਦੂਸਰੇ ਸਪੈਨ ਦੇ ਵਿੱਚ ਬੱਚਾ ਦੋ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਕਿ ਦੋ ਸਟੇਜਾਂ ਦੇ ਵਿੱਚ ਕ੍ਰਾਈਸਿਸ ਹੁੰਦੀ ਹੈ, ਉਹਦੇ ਹਾਲਾਤਾਂ ਦੇ ਵਿੱਚ ਕ੍ਰਾਈਸਿਸ ਹੁੰਦੀ ਹੈ। ਇਸ ਤੋਂ ਬਾਅਦ ਹੈਗਾ ਜੀ ਇਨੀਸ਼ੀਏਟਿਵ ਵਰਸਸ ਗਿਲਟ। ਇਸ ਤੋਂ ਨੈਕਸਟ ਹੈਗੀ ਹੈ ਜੀ ਇਨੀਸ਼ੀਏਟਿਵ ਵਰਸਸ ਗਿਲਟ। ਇਹ ਵੀ ਸੇਮ ਆ ਜੀ, ਇਨੀਸ਼ੀਏਟਿਵ ਵਰਸਸ ਗਿਲਟ। ਜਿਹੜੀ ਨੈਕਸਟ ਸਟੇਜ ਆ ਜੀ, ਇਹ ਸਟੇਜ ਤੁਸੀਂ ਮੰਨ ਕੇ ਚੱਲੋ ਕਿ 4 ਤੋਂ 6 ਸਾਲਾਂ ਦੀ ਸਟੇਜ ਆ ਜੀ। ਇਹ
ਚਾਈਲਡਹੁੱਡ ਦੀ ਸਟੇਜ ਹੈ ਜੀ ਇਨੀਸ਼ੀਏਟਿਵ ਵਰਸਸ ਗਿਲਟ। ਠੀਕ ਹੈ ਜੀ, ਇਹਦੇ 'ਚ ਕੀ ਆ ਕਿ ਦੇਖੋ ਤੁਸੀਂ ਇੱਥੇ ਬੱਚਾ ਪਰਿਵਾਰ ਨਾਲ ਤਾਂ ਰਹਿੰਦਾ, ਪਰ ਇੱਥੇ ਉਹਦੇ ਨਾਲ ਕੀ ਆ ਕਿ ਪੀਅਰ ਗਰੁੱਪ ਵੀ ਐਡ ਹੋ ਜਾਂਦਾ, ਬੱਚੇ ਉਹਦੇ ਨਾਲ ਸਾਥੀ ਖੇਡਣ ਲੱਗ ਜਾਂਦੇ ਨੇ, ਉਹਨੂੰ ਥੋੜੀ ਸਮਝ ਆ ਜਾਂਦੀ ਹੈਗੀ। ਤਾਂ ਫਿਰ ਇੱਥੇ ਕ੍ਰਾਈਸਿਸ ਕਿਹਨਾਂ ਦੇ ਵਿਚਕਾਰ ਆਉਂਦਾ? ਇਨੀਸ਼ੀਏਟਿਵ ਤੇ ਗਿਲਟ ਦੇ ਵਿਚਕਾਰ। ਇਨੀਸ਼ੀਏਟਿਵ ਕੀ ਹੁੰਦਾ? ਪਹਿਲ ਕਰਨੀ, ਪਹਿਲ ਕਦਮੀ, ਕਿ ਮੈਂ ਕਰੂੰਗਾ ਕੰਮ, ਮੈਂ ਕਰੂੰਗਾ ਕੰਮ। ਗਿਲਟ ਕੀ ਹੁੰਦਾ? ਸ਼ਰਮਿੰਦਗੀ ਕਹਿ ਲਓ ਤੁਸੀਂ, ਕਿ ਪਿੱਛੇ ਜੇ ਨੂੰ ਰਹਿਣਾ, ਕਿਸੇ ਕੰਮ 'ਚ ਪਹਿਲ ਨਾ ਕਰਨਾ। ਤਾਂ ਇੱਥੇ ਕ੍ਰਾਈਸਿਸ ਇਨੀਸ਼ੀਏਟਿਵ ਵਰਸਸ ਗਿਲਟ 'ਚ। ਠੀਕ ਹੈ ਜੀ, ਹੁਣ ਇੱਥੇ ਜਿਹੜਾ ਸੋਸ਼ਲ ਪਾਰਟ ਲੈਂਦੇ ਆਪਾਂ ਉਹਦਾ, ਉਹ ਥੋੜਾ ਵੱਡਾ ਹੋ ਗਿਆ। ਉਹ ਫੈਮਿਲੀ ਤੋਂ ਨਿਕਲ ਕੇ ਤੁਸੀਂ ਕਹਿ ਲਓ ਕਿ ਉਹਦੀਆਂ ਰਿਸ਼ਤੇਦਾਰੀਆਂ ਜਾਂ ਗਲੀ ਆਂਢ ਗਵਾਂਢ, ਹਨਾ, ਇਹ ਚੀਜ਼ ਹੋ ਗਿਆ ਜੀ। ਇਹ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ এনवायरमेंट ਕਹਿ ਲਓ ਭਾਵੇਂ ਤੁਸੀਂ, ਜਾਂ ਇਹਨੂੰ ਤੁਸੀਂ ਜਿਹੜਾ ਹੈਗਾ ਪਲੱਸ ਕਰ ਸਕਦੇ ਹੋ ਰਿਲੇਸ਼ਨਸ਼ਿਪ ਕਰ ਸਕਦੇ ਹੋ, ਰਿਲੇਟਿਵਸ ਜਿਹਨੂੰ ਆਪਾਂ ਕਹਿੰਦੇ ਆ, ਰਿਲੇਟਿਵਸ ਕਰ ਸਕਦੇ ਹੋ ਤੁਸੀਂ। ਇੱਥੇ ਥੋੜਾ ਖੁੱਲ ਜਾਂਦਾ ਕਿ ਬੱਚਾ ਬਾਹਰ ਗਲੀ ਗਵਾਂਢ 'ਚ ਖੇਡਣ ਲੱਗ ਜਾਂਦਾਗਾ, ਹਨਾ, ਉਹ ਸੁਸਾਇਟੀ ਆ। ਹੁਣ ਇੱਥੇ ਕੀ ਆ ਜੀ, ਕੋਈ ਬੱਚਾ ਇੱਥੇ ਵੱਡਾ ਹੋ ਗਿਆ ਬੱਚਾ, ਉਹ ਆਪਦੇ ਸ਼ੂਜ਼ ਦੇ ਫੀਤੇ ਬੰਨ ਰਿਹਾ, ਹਨਾ, ਉਹਨੇ ਗਲਤ ਬੰਨ ਲਏ, ਉਹਨੂੰ ਬੰਨਣੇ ਨਹੀਂ ਆਏ, ਮਾਪਿਆਂ ਨੇ ਉਹਨੂੰ ਡਾਂਟਤਾ ਕਿ ਤੂੰ ਤਾਂ ਬਿਲਕੁਲ ਹੀ ਗਲਤ ਕਰ ਰਿਹਾ ਗਾ, ਐਂ ਕਰੀਦਾ ਹੁੰਦਾਗਾ, ਆਹ ਕੱਪੜੇ ਐਂ ਪਾਈਦੇ ਹੁੰਦੇ ਹੈਗੇ, ਇਸ ਤਰ੍ਹਾਂ ਨਹੀਂ ਪਾਈਦੇ ਹੁੰਦੇ, ਤੂੰ ਡਰਾਇੰਗ ਕਰ ਰਿਹਾ ਇਸ ਕਾਪੀ ਦੇ ਉੱਤੇ, ਤੂੰ ਤਾਂ ਗਲਤ ਕਰਤੀ, ਕਲਰ ਬਾਹਰ ਕੱਢਤੇ, ਚੱਲ ਪਾਸੇ ਹਟ, ਮੈਂ ਤੇਰਾ ਹੱਥ ਫੜ ਕੇ ਕਰਾਵਾਂ, ਮੈਂ ਕਰਦਾ। ਇਹਦੇ ਨਾਲ ਕੀ ਆ ਕਿ ਬੱਚੇ ਨੂੰ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਪਹਿਲ ਕਰਨ ਤੋਂ ਰੋਕ ਦਿੰਦੇ ਹਾਂ ਜੀ, ਇਨੀਸ਼ੀਏਟਿਵ ਲੈਣ ਤੋਂ ਰੋਕ ਦਿੰਦੇ ਹਾਂ। ਜਦੋਂ ਅਸੀਂ ਇਨੀਸ਼ੀਏਟਿਵ ਲੈਣ ਤੋਂ ਰੋਕ ਤਾਂ ਬੱਚੇ ਨੂੰ ਉਹਦੀ ਬੇਇੱਜ਼ਤੀ ਕਰਤੀ, ਤਾਂ ਉਹ ਗਿਲਟ ਦੀ ਭਾਵਨਾ 'ਚ ਜਾਊਗਾ, ਫਿਰ ਉਹ ਕਦੇ ਵੀ ਕਿਸੇ ਕੰਮ ਨੂੰ ਆਪ ਨਹੀਂ ਕਰੂਗਾ, ਉਹਦੀ ਡਿਪੈਂਡੈਂਸੀ ਤੁਹਾਡੇ ਤੇ ਹੋ ਜਾਊ। ਤਾਂ ਪੈ ਗਿਆ ਨਾ ਉਹਦੇ ਬਿਹੇਵੀਅਰ 'ਚ ਫਰਕ। ਪਾਇਆ ਕਿਹਨੇ ਉਹਦੇ ਬਿਹੇਵੀਅਰ 'ਚ ਫਰਕ? ਸੁਸਾਇਟੀ ਨੇ, ਜਿਹੜੇ ਉਹਦੇ ਆਲੇ ਦੁਆਲੇ ਲੋਕ ਨੇ ਉਹਨਾਂ ਨੇ। ਤਾਂ ਸੋਸ਼ਲ ਸੁਸਾਇਟੀ ਕਿਸ ਤਰੀਕੇ ਨਾਲ ਉਹਦੀ ਸਾਈਕੋਲੋਜੀ ਨੂੰ ਪ੍ਰਭਾਵਿਤ ਕਰ ਰਹੀ ਹੈ, ਇਹੀ ਚੀਜ਼ ਐਰਿਕ ਐਰਿਕਸਨ ਦੱਸਦਾ। ਤੇ ਤੁਸੀਂ ਐਜ਼ ਏ ਟੀਚਰ ਇਸ ਚੀਜ਼ ਨੂੰ ਸਮਝ ਰਹੇ ਹੋ, ਤਾਂ ਤੁਸੀਂ ਹੁਣ ਖੁਦ ਸਮਝਦਾਰ ਹੋ, ਤੁਸੀਂ ਜਾਣਦੇ ਹੋ ਕਿ ਬੱਚਿਆਂ ਨੂੰ ਹੁਣ ਅਸੀਂ ਫਿਰ ਕੀ ਕਰਨਾ। ਫੋਰ ਐਗਜ਼ਾਮਪਲ ਇਸੇ 'ਚ ਹੀ ਆ ਜਾਓ, ਤੁਹਾਡੀ ਕਲਾਸ ਦੇ ਵਿੱਚ ਇੱਕ ਬੱਚਾ, ਤੁਸੀਂ ਆਖਿਆ ਵੀ ਅੱਜ ਆਪਾਂ ਡਰਾਇੰਗ ਦੇ ਟੀਚਰ ਨੂੰ, ਫੋਰ ਐਗਜ਼ਾਮਪਲ ਦੀ ਗੱਲ ਕਰਦਾ ਕਿ ਅੱਜ ਆਪਾਂ ਐਪਲ ਬਣਾਵਾਂਗੇ। ਇੱਕ ਬੱਚਾ ਕਹਿੰਦਾ ਜੀ ਸਰ ਨਾ ਪਹਿਲਾਂ ਮੈਂ ਬਣਾਉਂਗਾ, ਉਹਨੇ ਬਣਾ ਲਿਆ ਪਰ ਗਲਤ ਬਣਾਇਆ। ਤੁਸੀਂ ਉਹਨੂੰ ਕੀ, ਉਹਦੀ ਬੇਇੱਜ਼ਤੀ ਕਰੋਗੇ, ਉਹਨੂੰ ਗਿਲਟ ਫੀਲ ਕਰਾਓਗੇ? ਜੇ ਕਰੋਗੇ ਤਾਂ ਤੁਸੀਂ ਉਹਦੇ ਬਿਹੇਵੀਅਰ ਨੂੰ ਖਰਾਬ ਕਰ ਰਹੇ। ਜੇ ਤੁਸੀਂ ਆਖੋਗੇ ਸ਼ਾਬਾਸ਼ ਬਹੁਤ ਅੱਛਾ ਬਣਾਇਆ, ਪਰ ਆਪਾਂ ਇਹਦੇ 'ਚ ਇੰਪਰੂਵਮੈਂਟ ਲੈ ਕੇ ਆਵਾਂਗੇ, ਤਾਂ ਤੁਸੀਂ ਉਹਦੀ ਇਨੀਸ਼ੀਏਟਿਵ ਲੈਣ ਵਾਲੇ ਗੁਣ ਨੂੰ ਇੰਪਰੂਵ ਕਰਤਾ। ਇੱਥੇ ਉਹਦੇ ਕ੍ਰਾਈਸਿਸ ਇਹਨਾਂ ਦੇ ਵਿਚਕਾਰ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਗੱਲ। ਅੱਗੇ ਬੱਚਾ ਥੋੜਾ ਜਿਹਾ ਜਿਹੜਾ ਹੈਗਾ ਵੱਡਾ ਹੁੰਦਾਗਾ, ਜਿਵੇਂ ਕਿ 6 ਤੋਂ 12 ਸਾਲ ਦੀ ਸਟੇਜ ਆ। ਇੰਡਸਟਰੀ ਵਰਸਸ ਇਨਫੀਰੀਅਰ। ਇੰਡਸਟਰੀ ਹੁੰਦਾ ਜੀ ਉਦਮੀ, ਮਿਹਨਤੀ। ਇੰਡਸਟ ਕੀ ਹੁੰਦਾ? ਮਿਹਨਤੀ। ਇਨਫੀਰੀਅਰ ਹੁੰਦਾ ਕਿਸੇ ਨੂੰ ਨੀਚਾ ਦਿਖਾ ਦੇਣਾ। ਇਹ 6 ਤੋਂ ਲੈ ਕੇ 12 ਸਾਲ ਦੀ ਸਟੇਜ ਹੈ। ਇੰਡਸਟ ਹੁੰਦਾ ਉਦਮੀ, ਮਿਹਨਤੀ, ਪਹਿਲ ਕਰਮੀ, ਜੋ ਅੱਗੇ, ਜੋ ਜਿਵੇਂ ਉਹ ਨਹੀਂ ਟੀਚਰ ਕਿਸੇ ਬੱਚੇ ਨੂੰ ਬੁਲਾਉਂਦਾ ਕਿ ਵੀ ਪਾਣੀ ਦਾ ਗਲਾਸ ਲੈ ਕੇ ਆਓ, ਇੱਕ ਬੱਚਾ ਭੱਜਿਆ ਜਾਂਦਾ, ਸਾਰਿਆਂ ਨੂੰ ਅੱਗੇ ਲਿਆ ਕੇ ਦਿੰਦਾ, ਮੈਂ ਲਿਆ ਕੇ ਦੇਵਾਂਗਾ ਜੀ, ਰਜਿਸਟਰ ਮੰਗਾਉਣਾ ਮੈਂ ਲਿਆ ਕੇ ਦੇਵਾਂਗਾ ਜੀ। ਉਹ ਬੱਚੇ ਇਨਫੀਰੀਅਰ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਛੋਟਾ ਦਿਖਾ ਦਿੰਦੇ ਹੋ। ਜਦੋਂ ਟੀਚਰ ਕਲਾਸ 'ਚ ਕਹਿੰਦਾ ਵੀ ਬਹਿ ਜਾ ਬਸ, ਤੂੰ ਨਹੀਂ ਪਾਸ ਹੋ ਸਕਦਾ, ਤੂੰ ਤਾਂ ਫੇਲ ਹੋਏਗਾ, ਤੂੰ ਤਾਂ ਡੱਲ ਆ, ਸਾਰੀ ਕਲਾਸ ਤੋਂ ਨਲਾਇਕ ਬੱਚਿਆਂ ਤੋਂ, ਉਹਨੂੰ ਇਨਫੀਰੀਅਰ ਫੀਲ ਕਰਾਇਆ ਜਾ ਰਿਹਾ। ਇੱਥੇ ਆ ਕੇ ਹੁਣ ਤੁਸੀਂ ਦੇਖੋ ਉਹਦੀ ਸੁਸਾਇਟੀ ਕੌਣ ਬਣ ਰਿਹਾ, ਸੋਸ਼ਲ ਐਸਪੈਕਟ 'ਚ ਉਹਦੇ ਕੌਣ ਆ? ਸਕੂਲ ਐਡ ਹੋ ਗਿਆ, ਜਿਹੜੀ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿੱਥੇ ਤੁਸੀਂ ਜਾਣਾਗਾ। ਸਕੂਲ ਐਡ ਹੋ ਗਿਆ ਸੁਸਾਇਟੀ 'ਚ, ਫੈਮਿਲੀ ਆਂਢ ਗੁਆਂਢ ਤਾਂ ਹੈਗਾ ਹੀ ਆ, ਪਰ ਸਕੂਲ ਐਡ ਹੋ ਗਿਆ। ਇੱਥੇ ਨੂੰ ਕ੍ਰਾਈਸਿਸ ਕੀ ਆ ਕਿ ਜਾਂ ਤਾਂ ਉਹ ਉਦਮੀ ਬਣੇ, ਮਿਹਨਤੀ ਬਣੇ, ਅੱਗੇ ਲੱਗ ਕੇ ਕੰਮ ਕਰਨ ਵਾਲਾ ਬਣੇ, ਤੇ ਜਾਂ ਉਹਦੇ 'ਚ ਇਨਫੀਰੀਅਰ, ਇੱਕ ਨੀਚਾ ਦਿਖਾਉਣ ਵਾਲੀ ਭਾਵਨਾ ਪੈਦਾ ਹੋ ਜੂਗੀ। ਤਾਂ ਇਸ ਇੱਥੇ ਕੀ ਆ, ਇਹ ਚੀਜ਼ ਨੂੰ ਉਹਨੂੰ ਉਦਮੀ ਬਣਾਉਣਾ ਜਾਂ ਉਹਨੂੰ ਇਨਫੀਰੀਅਰ ਬਣਾਉਣਾ, ਇਹ ਸਕੂਲ ਦਾ ਬਹੁਤ ਵੱਡਾ ਰੋਲ ਆ। ਐਜ਼ ਏ ਟੀਚਰ ਹੁਣ ਤੁਸੀਂ ਦੱਸੋ ਵੀ ਤੁਸੀਂ ਕਿਹੜੀ ਸਾਈਡ ਜਾਓਗੇ, ਕਿਉਂਕਿ ਕੁਐਸਚਨ ਤਾਂ ਇਸੇ ਤਰੀਕੇ ਨਾਲ ਹੀ ਆਉਣੇ ਕਿ ਐਜ਼ ਏ ਟੀਚਰ ਤੁਸੀਂ ਬੱਚੇ ਨੂੰ ਇਨਫੀਰੀਅਰ ਫੀਲ ਕਰਾਓਗੇ ਜਾਂ ਇੰਡਸਟਰੀ ਵੱਲ ਨੂੰ ਲੈ ਕੇ ਜਾਓਗੇ, ਤਾਂ ਤੁਸੀਂ ਤਾਂ ਇੱਧਰ ਹੀ ਲੈ ਕੇ ਆਓਗੇ, ਉਦਮੀ ਵੱਲ ਨੂੰ। ਤਾਂ ਇਸ ਟਾਈਮ ਤੇ ਫੋਰ ਐਗਜ਼ਾਮਪਲ ਜੇ ਕੋਈ ਬੱਚਾ ਕਹਿੰਦਾ ਜੀ ਮੈਂ ਗਾਣਾ ਸੁਣਾਉਂ ਕਿਸੇ ਫੰਕਸ਼ਨ ਤੇ, ਤੁਸੀਂ ਆਖਿਆ ਸੁਣਾਓ ਵੀ, ਉਹ ਭੁੱਲ ਗਿਆ, ਹਨਾ, ਉਹਦੇ ਨਾਲ ਤੁਸੀਂ ਉਹਨੂੰ ਡਾਂਟਤਾ ਕਿ ਫੰਕਸ਼ਨ ਗਲਤ ਕਰਤਾ, ਤੂੰ ਬੇਇੱਜ਼ਤੀ ਕਰਤੀ, ਉਹ ਇਨਫੀਰੀਅਰ 'ਚ ਜਾਊਗਾ। ਹੋਰ ਤਾਂ ਹੋਰ ਇਸ ਉਮਰ ਤੇ ਜਿਵੇਂ ਕੋਈ ਬੱਚਾ ਕੋਈ ਗਾਣਾ ਹੀ ਸੁਣਾ ਰਿਹਾ, ਕੋਈ ਹੋਰ ਅੱਗੇ ਲੱਗ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਨਾਲ ਦੇ ਬੱਚੇ ਵੀ ਉਹਨੂੰ ਚੜਾਉਣ ਲੱਗ ਜਾਂਦੇ ਨੇ, ਹਨਾ, ਉਹਦੀ ਬੇਇੱਜ਼ਤੀ। ਜਿਵੇਂ ਬੱਚਿਆਂ ਦਾ ਮਾਹੌਲ ਜਿਹੜਾ ਇੱਕ ਸੁਭਾਅ ਹੁੰਦਾ,
ਹਨਾ ਮौज ਮਸਤੀ ਕਹਿ ਦਿੰਦੇ ਆਪਾਂ ਉਹਨੂੰ ਕਿ ਕਿਸੇ ਨੂੰ ਛੇੜ ਪਾਲੀ ਕੋਈ ਬੱਚਾ ਥੋੜਾ ਜਿਹਾ ਮੋਟਾ ਗਾ ਹਨਾ ਹੈ ਵੀ ਉਹਨੂੰ ਮੋਟੂ ਕਹਿਤਾ ਕਿਸੇ ਲੱਡੂ ਕਹਿਤਾ ਉਹਨੂੰ ਵਗੈਰਾ ਵਗੈਰਾ ਆਲੂ ਕਹਿਤਾ ਇਸ ਤਰ੍ਹਾਂ ਦੇ ਬੱਚੇ ਸ਼ਰਾਰਤਾਂ ਕਰਦੇ ਨੇ ਤਾਂ ਬੇਸਿਕਲੀ ਉਹ ਚੀਜ਼ ਕੀ ਆ ਕਿ ਜਦੋਂ ਇਸ ਤਰ੍ਹਾਂ ਦੀ ਉਹਦੀ ਸੁਸਾਇਟੀ ਬੱਚੇ ਵੀ ਤਾਂ ਉਹਦੇ ਨਾਲ ਸੁਸਾਇਟੀ ਨੇ ਜਿਹੜੇ ਪੀਅਰ ਗਰੁੱਪ ਨੇ ਜਦੋਂ ਉਹਨੂੰ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਤਾਂ ਉਹ ਬੱਚਾ ਇੱਕ ਤਰੀਕੇ ਨਾਲ ਇਨਫੀਰੀਅਰ ਫੀਲ ਕਰਨ ਲੱਗ ਜਾਂਦਾ ਫਿਰ ਉਹ ਦੂਜਿਆਂ ਦੇ ਸਾਹਮਣੇ ਆਉਣ ਤੋਂ ਝਿਜਕਣ ਲੱਗ ਜਾਂਦਾ ਉਹਦਾ ਬਿਹੇਵੀਅਰ ਆ ਉਹ ਕੰਟਰੋਲ ਹੋ ਜਾਂਦਾ ਉਹ ਬਿਹੇਵੀਅਰ ਹੀ ਆਪਦਾ ਇਹੋ ਜਿਹਾ ਬਣਾ ਲੈਂਦਾ ਕਿ ਉਹ 'ਚ ਸਹਿਮ ਡਰ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਤਾਂ ਸੁਸਾਇਟੀ ਨੇ ਫਿਰ ਉਹਦੇ ਬਿਹੇਵੀਅਰ ਨੂੰ ਕਿਵੇਂ ਕੰਟਰੋਲ ਕਰ ਲਿਆ ਇਹ ਤੁਸੀਂ ਸਮਝ ਗਏ ਨਾ ਤਾਂ ਤੁਸੀਂ ਬੱਚਿਆਂ ਨੂੰ ਵੀ ਰੋਕਣਾ ਕਿ ਬਈ ਇਹਨੂੰ ਇਹ ਗਲਤ ਨਾਮ ਨਹੀਂ ਲੈਣਾ ਇਹਨੂੰ ਚੜਾਉਣਾ ਨਹੀਂ ਇਹਨੂੰ ਤੰਗ ਨਹੀਂ ਕਰਨਾ ਤੇ ਬੱਚੇ ਨੂੰ ਇੰਡਸਟ ਵੱਲ ਨੂੰ ਲੈ ਕੇ ਜਾਣਾ ਕਿ ਜੋ ਟੀਚਰ ਜਾਂ ਸਟੂਡੈਂਟ ਉਹਨੂੰ ਫੋਰ ਐਗਜ਼ਾਮਪਲ ਕਿਸੇ ਨੇ ਗਾਣਾ ਗਾਇਆ ਸਾਰੇ ਬੱਚਿਆਂ ਨੇ ਤਾੜੀਆਂ ਮਾਰੀਆਂ ਟੀਚਰ ਨੇ ਵੀ ਉਹਦਾ ਬਹੁਤ ਹੌਸਲਾ ਅਫਜ਼ਾਈ ਕੀਤੀ ਤਾਂ ਉਹ ਬੱਚੇ 'ਚ ਕਿਹੜੀ ਭਾਵਨਾ ਪੈਦਾ ਹੋਊ ਇੰਡਸਟ ਦੀ ਭਾਵਨਾ ਪੈਦਾ ਹੋਊਗੀ ਜਿਹਦੇ ਨਾਲ ਉਹ ਹੋਰ ਅੱਗੇ ਕੰਮ ਕਰਨ ਦੀ ਕੋਸ਼ਿਸ਼ ਕਰੂਗਾ ਹੋਰ ਤਰੀਕੇ ਨਾਲ ਉਹ ਅੱਗੇ ਜਾਣ ਦੀ ਕੋਸ਼ਿਸ਼ ਕਰੂਗਾ ਠੀਕ ਹੈ ਜੀ ਸਮਝ ਗਏ ਤਾਂ ਇੱਥੇ ਕ੍ਰਾਈਸਿਸ ਇੰਡਸਟਰੀ ਵਾਸ ਇਨਫੀਰੀਅਰ ਦੇ ਵਿੱਚ ਕ੍ਰਾਈਸਿਸ ਸੀਗਾ ਅੱਗੇ ਚੱਲਦੇ ਹਾਂ ਨੈਕਸਟ ਜਿਹੜੀ ਸਟੇਜ ਹੈਗੀ ਆ ਜੀ ਉਹ ਹੈਗੀ ਆ ਜੀ ਰੋਲ ਕਨਫਿਊਜ਼ਨ ਆਇਡੈਂਟੀ ਵਰਸਸ ਰੋਲ ਕਨਫਿਊਜ਼ਨ ਆਇਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਆਇਡੈਂਟੀ ਵਰਸਸ ਰੋਲ ਕਨਫਿਊਜ਼ਨ ਆਇਡੈਂਟੀ ਵਰਸਸ ਰੋਲ ਕਨਫਿਊਜ਼ਨ ਇਹ ਸਟੇਜ ਹੈਗੀ ਆ ਜੀ ਸਾਡੀ 13 ਤੋਂ ਲੈ ਕੇ 19 ਸਾਲ ਦੀ ਸਟੇਜ ਆ ਜੀ ਇਹ ਜਿਸ ਨੂੰ ਤੁਸੀਂ ਕਿਸ਼ੋਰ ਅਵਸਥਾ ਕਹਿੰਦੇ ਹੋ ਜੀ ਜਿਸ ਨੂੰ ਤੁਸੀਂ ਅਡੋਲਸੈਂਸ ਪੀਰੀਅਡ ਕਹਿੰਦੇ ਹੋ ਬੜੀ ਇੰਪੋਰਟੈਂਟ ਸਟੇਜ ਹੈ ਜੀ ਇਸ ਸਟੇਜ ਤੇ ਤਾਂ ਸੋਸ਼ਲ ਸੋਸਾਇਟੀ ਹੈ ਜਿਹੜੀ ਉਹ ਬੱਚਾ ਹਰ ਪੱਖ ਤੋਂ ਹੀ ਫੇਸ ਕਰਦਾ ਮਤਲਬ ਕਿ ਜੋ ਫੁੱਲ ਫਲੈਜ ਸੋਸਾਇਟੀ ਆ ਉਹਨਾਂ ਨੂੰ ਜਿਹੜਾ ਹੈਗਾ ਉਹਦਾ ਉਹਨਾਂ ਨਾਲ ਵਾਹ ਵਾਸਤਾ ਹੋ ਜਾਂਦਾ ਜਿਵੇਂ ਕਿ ਮਾਪਿਆਂ ਨਾਲ ਵੀ ਹੁੰਦਾ ਪੀਅਰ ਗਰੁੱਪ ਗੈਂਗ ਬਣ ਜਾਂਦਾ ਉਹਦਾ ਗੈਂਗ ਗਰੁੱਪ ਕਹਿ ਦਿੰਦੇ ਹਨਾ ਆਪਾਂ ਇਹਨੂੰ ਕਿ ਦੋਸਤਾਂ ਦੀ ਮਿੱਤਰ ਮੰਡਲੀ ਬਣ ਜਾਂਦੀ ਆ ਰਿਸ਼ਤੇਦਾਰਾਂ ਨਾਲ ਵੀ ਉਹ ਬਾਹਰ ਅੰਦਰ ਆਉਣ ਜਾਣ ਲੱਗ ਜਾਂਦਾ ਹੈਗਾ ਫਿਰ ਤੁਸੀਂ ਗੱਲ ਕਰੋ ਉਹਦੇ ਸਾਥੀ ਆਪਦੇ ਸਕੂਲ ਉਹਨਾਂ ਚੀਜ਼ਾਂ ਨਾਲ ਵੀ ਉਹਦਾ ਸੰਬੰਧ ਹੁੰਦਾਗਾ ਤਾਂ ਇਹ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਜੋ ਇੱਥੇ ਆ ਆਇਡੈਂਟੀ ਵਰਸਸ ਰੋਲ ਕਨਫਿਊਜ਼ਨ ਤਾਂ ਤੁਸੀਂ ਜਦੋਂ ਤੁਸੀਂ ਡਿਵੈਲਪਮੈਂਟ ਪੜ੍ਹ ਰਹੇ ਸੀ ਤਾਂ ਜਦੋਂ ਤੁਸੀਂ ਅਡੋਲਸੈਂਸ ਦੀ ਗੱਲ ਕੀਤੀ ਸੀ ਹਨਾ ਕਿਸ਼ੋਰ ਅਵਸਥਾ ਦੀ ਗੱਲ ਕੀਤੀ ਸੀ ਤਾਂ ਕਿਸ਼ੋਰ ਅਵਸਥਾ 'ਚ ਕੀ ਸੀ ਤੁਸੀਂ ਕੀ ਪੜ੍ਹਿਆ ਕਿ ਕਿਸ਼ੋਰ ਅਵਸਥਾ ਦੇ ਵਿੱਚ ਬੱਚਾ ਕੀ ਹੁੰਦਾਗਾ ਤੁਸੀਂ ਪੜ੍ਹਿਆ ਵੀ ਆਪੋਜ਼ਿਟ ਸੈਕਸ ਲਈ ਅਟਰੈਕਟ ਹੁੰਦਾ ਉਹ ਬੱਚਾ ਉਹ ਆਪਦੇ ਆਪ ਨੂੰ ਹੀਰੋ ਬਣਾਉਣਾ ਚਾਹੁੰਦਾਗਾ ਉਹ ਆਪਦੀ ਇੱਕ ਅਲੱਗ ਪਛਾਣ ਬਣਾਉਣਾ ਚਾਹੁੰਦਾਗਾ ਉਹ ਚਾਹੁੰਦਾ ਕਿ ਮੈਂ ਆਈ ਕਨਸੈਪਟ ਹੁੰਦਾ ਉਹਦੇ 'ਚ ਕਿ ਹਰ ਚੀਜ਼ ਮੈਂ ਹੀ ਕਰਾਂ ਮੈਨੂੰ ਹੀ ਮਿਲੇ ਮੇਰੀ ਦੋਸਤਾਂ ਮਿੱਤਰਾਂ 'ਚ ਪੂਰੀ ਚੜ੍ਹਾਈ ਹੋਵੇ ਮੈਂ ਸੁਸਾਇਟੀ ਲਈ ਕੁਛ ਕਰਨਾ ਸੁਸਾਇਟੀ ਮਾਪਿਆਂ ਦੇ ਅਗੇਂਸਟ ਸੁਸਾਇਟੀ ਨੂੰ ਚੇਂਜ ਕਰਨ ਦੀ ਗੱਲ ਕਰਦਾ ਬਣੀਆਂ ਬਣਾਈਆਂ ਕਨਵੈਨਸ਼ਨਲ ਰੀਤੀ ਰਿਵਾਜਾਂ ਨੂੰ ਠਕਰਾਉਣ ਦੀ ਗੱਲ ਕਰਦਾ ਵਗੈਰਾ ਵਗੈਰਾ ਇਹ ਕਿਸ਼ੋਰ ਅਵਸਥਾ ਦੇ ਲੱਛਣ ਨੇ ਤਾਂ ਜਦੋਂ ਕਿਸ਼ੋਰ ਅਵਸਥਾ ਦੇ ਵਿੱਚ ਬੱਚਾ ਆਉਂਦਾ ਤਾਂ ਇੱਥੇ ਤਾਂ ਫੁੱਲ ਫਲੈਜਡ ਸੋਸਾਇਟੀ ਹੀ ਉਹ ਫੇਸ ਕਰਦਾ ਜੀ ਪੂਰੇ ਦਾ ਪੂਰਾ ਸਮਾਜ ਨੂੰ ਫੇਸ ਕਰ ਲੈਂਦਾ ਉਹ ਹਨਾ ਹੁਣ ਉਸ ਸਮਾਜ ਦੇ ਵਿੱਚ ਉਹ ਜੇ ਤਾਂ ਤੁਸੀਂ ਦੇਖੋ ਪਿਛਲੀਆਂ ਸਟੇਜਾਂ ਦੇ ਵਿੱਚੋਂ ਪਹਿਲਾਂ ਉਹਨੂੰ ਟਰਸਟ ਦੀ ਭਾਵਨਾ ਹੋਈ ਫਿਰ ਉਹਨੂੰ ਆਟੋਨੋਮੀ ਦਿੱਤੀ ਗਈ ਫਿਰ ਉਹਨੂੰ ਇੰਡਸਟ ਦਿੱਤੀ ਗਈ ਇਨਫੀਰੀਅਰ ਨਾ ਕੀਤਾ ਗਿਆ ਹਨਾ ਇੱਥੇ ਆ ਕੇ ਬੱਚੇ ਦਾ ਬਿਹੇਵੀਅਰ ਸ਼ੁਰੂ ਤੋਂ ਹੀ ਮਾਪਿਆਂ ਨੇ ਸਕੂਲ ਨੇ ਬਹੁਤ ਅੱਛੇ ਤਰੀਕੇ ਨਾਲ ਬਣਾਇਆ ਉਸ ਕ੍ਰਾਈਸਿਸ ਦੇ ਵਿੱਚੋਂ ਬੱਚੇ ਨੂੰ ਅਸੀਂ ਪੋਜ਼ਿਟਿਵ ਵਾਲੀ ਸਾਈਡ ਲੈ ਕੇ ਗਏ ਆ ਤਾਂ ਇੱਥੇ ਵੀ ਬੱਚਾ ਆਪਦੀ ਆਇਡੈਂਟੀਟੀ ਖੁਦ ਕ੍ਰੀਏਟ ਕਰੂਗਾ ਕਿਉਂਕਿ ਮੰਨ ਲਓ ਵੀ ਕਿਸੇ ਦਿਨ ਛੋਟੇ ਬੱਚੇ ਨੂੰ ਜਦੋਂ ਉਹ ਆਟੋਨੋਮੀ ਜਾਂ ਉਹ ਤੁਸੀਂ ਕਹਿ ਸਕਦੇ ਹੋ ਉਹਨੂੰ ਕਿ ਇਨੀਸ਼ੀਏਟਿਵ ਲੈਂਦਾ ਸੀ ਇਨੀਸ਼ੀਏਟਿਵ ਉਹ ਬੱਚੇ ਨੇ ਕੀ ਲੈਤਾ ਕਿ ਇਨੀਸ਼ੀਏਟਿਵ ਉਹ ਡਰਾਇੰਗ ਕਰ ਰਿਹਾ ਸੀ ਜੇ ਤਾਂ ਉਸ ਦਿਨ ਇਨੀਸ਼ੀਏਟਿਵ ਜਿੱਦਣੋਂ ਡਰਾਇੰਗ ਆਪ ਬਣਾ ਰਿਹਾ ਸੀ ਤੇ ਤੁਸੀਂ ਕਹਿ ਦਿੰਦੇ ਮਾਪੇ ਕਹਿੰਦੇ ਉਸ ਬੱਚੇ ਦੇ ਕਿ ਭਾਈ ਤੂੰ ਤਾਂ ਕਲਰ ਗਲਤ ਕਰ ਰਿਹਾ ਕਿਤਾਬਾਂ ਖਰਾਬ ਕਰ ਰਿਹਾ ਉਹਦੇ ਤੋਂ ਕਾਪੀ ਖੋਹ ਲੈਂਦੇ ਉਹਨੂੰ ਬੇਇੱਜ਼ਤੀ ਕਰਦੇ ਤਾਂ ਉਸ 'ਚ ਗਿਲਟ ਦੀ ਭਾਵਨਾ ਪੈਦਾ ਹੋ ਜਾਂਦੀ ਜੇ ਮਾਪਿਆਂ ਨੇ ਕਿਹਾ ਕਿ ਵੀ ਠੀਕ ਆ ਕੋਈ ਗੱਲ ਨਹੀਂ ਤੂੰ ਇਹ ਕਲਰ ਕਰ ਬਹੁਤ ਸੋਹਣਾ ਕਰ ਰਿਹਾ ਇਹ 'ਚ ਇੰਪਰੂਵਮੈਂਟ ਕਰਦੇ ਆਪਾਂ ਅੱਗੇ ਵੀ ਇਹ ਚੀਜ਼ ਕਰਦੇ ਰਵਾਂਗੇ ਉਹ ਬੱਚਾ ਉਹੀ ਕਲਰ ਡਰਾਇੰਗ ਕਰਦਾ ਰਿਹਾ ਤੇ ਇੱਥੇ ਉਹਦੀ ਆਇਡੈਂਟੀਟੀ ਬਣ ਗਈ ਕਿ ਉਹ ਬੱਚਾ ਅੱਜ ਪੇਂਟਰ ਆ ਸਕੂਲ ਦੇ ਵਿੱਚ ਕੀ ਆਇਡੈਂਟੀ ਹੈ ਬੱਚੇ ਦੀ ਕਿ ਵੀ ਇਹ ਪੇਂਟਰ ਹੈ ਤਾਂ ਪ੍ਰਾਈਜ਼ ਜਿੱਤ ਕੇ ਲੈ ਕੇ ਆਉਂਦਾ ਤੁਸੀਂ ਮੇਰੀ ਗੱਲ ਸਮਝ ਗਏ ਨਾ ਜੇ ਉਸੇ ਦਿਨ ਉਸ ਬੱਚੇ ਨੂੰ ਤੁਸੀਂ ਉਹ ਪੇਂਟਿੰਗ ਜਾਂ ਡਰਾਇੰਗ ਕਰਨ ਤੋਂ ਹਟਾ ਦਿੰਦੇ ਤੇ ਉਹ ਨੈਗੇਟਿਵ ਕ੍ਰਾਈਸਿਸ ਦੇ ਵਿੱਚ ਨੈਗੇਟਿਵ ਸਾਈਡ ਹੀ ਰਹਿੰਦਾ ਤੇ ਅੱਜ ਉਹਨੂੰ ਪਤਾ ਹੀ ਨਹੀਂ ਸੀ ਹੁਣ ਵੀ ਉਹ ਹੈ ਕਿ ਰੋਲ ਕਨਫਿਊਜ਼ਨ ਸੀ ਉਹਦੇ 'ਚ
ਉਹਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਮੈਂ ਅੱਛਾ ਗਾਇਕ ਹਾਂ, ਮੈਂ ਅੱਛਾ ਪੇਂਟਰ ਹਾਂ, ਮੈਂ ਪੜ੍ਹਨ ਵਾਲਾ, ਮੈਂ ਨਹੀਂ ਪੜ੍ਹਨ ਵਾਲਾ। ਉਹ ਭੀੜ ਦਾ ਹਿੱਸਾ ਰਹਿੰਦਾ। ਤੇ ਇਸ ਉਮਰ ਦੇ ਵਿੱਚ ਬੱਚਾ ਕਦੇ ਵੀ ਭੀੜ ਦਾ ਹਿੱਸਾ ਨਹੀਂ ਬਣਦਾ। ਸਾਰੇ ਬੱਚਿਆਂ ਨੂੰ ਇਹ ਹੁੰਦਾ ਕਿ ਅਸੀਂ ਕੁਛ ਨਾ ਕੁਛ ਖਾਸ ਕਰੀਏ, ਸਾਡੀ ਪੂਰੀ ਚੜ੍ਹਾਈ ਹੋਵੇ, ਹਨਾ। ਤਾਂ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ। ਤਾਂ ਇੱਥੇ ਕ੍ਰਾਈਸਿਸ ਆਇਡੈਂਟੀ ਵਰਸਸ ਰੋਲ ਕਨਫਿਊਜ਼ਨ ਦਾ। ਹੁਣ ਸੁਸਾਇਟੀ ਦਾ ਇੱਥੇ ਕੀ ਕੰਮ ਆ? ਸੁਸਾਇਟੀ ਦੇ ਇੰਪੋਰਟੈਂਟ ਇੱਕ ਏਜੰਸੀ ਹੈਗਾ ਟੀਚਰ, ਜਿਹੜੇ ਕਿ ਤੁਸੀਂ ਹੋ। ਤੁਸੀਂ ਕੀ ਕਰਨਾ ਕਿ ਹਰ ਬੱਚੇ ਨੂੰ ਆਇਡੈਂਟੀ ਦੇਣ ਦੀ ਕੋਸ਼ਿਸ਼ ਕਰੋ, ਉਹਦੇ 'ਚ ਛੁਪੀ ਹੋਈ ਕਾਬਲੀਅਤ ਨੂੰ ਬਾਹਰ ਲੈ ਕੇ ਆਓ ਤੇ ਉਹਦੀ ਇੱਕ ਪਛਾਣ ਬਣਾਓ, ਤਾਂ ਹੀ ਉਹਦਾ ਅੱਛਾ ਬਿਹੇਵੀਅਰ ਬਣੂਗਾ। ਜੇ ਤੁਸੀਂ ਉਹਨੂੰ ਕਨਫਿਊਜ਼ ਕਰਤਾ, ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ, ਤੇ ਫਿਰ ਉਹਦਾ ਅੱਛਾ ਬਿਹੇਵੀਅਰ ਨਹੀਂ ਬਣ ਸਕਦਾ। ਉਹਦੀ ਸਾਈਕੋਲੋਜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਊਗੀ ਸੁਸਾਇਟੀ ਤੋਂ। ਤਾਂ ਮੇਰੀ ਗੱਲ ਤੁਸੀਂ ਸਮਝ ਗਏ। ਤਾਂ ਇੱਥੇ ਕੀ ਹੈ ਜੀ, ਇੱਥੇ ਹੈ ਆਇਡੈਂਟੀ ਵਰਸਸ ਰੋਲ ਕਨਫਿਊਜ਼ਨ। ਇਹਨਾਂ ਦੋ ਗੱਲਾਂ ਦੇ ਵਿੱਚ ਕ੍ਰਾਈਸਿਸ ਆ ਜੀ। ਇਸ ਤੋਂ ਅੱਗੇ ਜੀ ਫਿਰ ਨੈਕਸਟ ਸਟੇਜ ਆਉਂਦੀ ਆ, ਫਿਰ ਆਉਂਦੀ ਹੈ ਜੀ ਇੰਟੀਮੇਸੀ ਵਰਸਸ ਆਈਸੋਲੇਸ਼ਨ। ਇੰਟੀਮੇਸੀ ਵਰਸਸ ਆਈਸੋਲੇਸ਼ਨ। ਇੰਟੀਮੇਸੀ ਵਰਸਸ ਆਈਸੋਲੇਸ਼ਨ, ਇਹ 20 ਤੋਂ 45 ਸਾਲ ਦੀ ਸਪੈਨ ਆ ਜੀ। ਇੰਟੀਮੇਸੀ ਕੀ ਹੁੰਦੀ ਹੈ ਜੀ? ਨੇੜਤਾ। ਆਈਸੋਲੇਸ਼ਨ ਕੀ ਹੁੰਦਾ? ਕਿ ਟੁੱਟ ਜਾਣਾ, ਹਨਾ, ਟਕਰਾਓ, ਟੁੱਟਣਾ। ਠੀਕ ਹੈ ਜੀ। ਇਹ ਤੁਸੀਂ ਜਾਣਦੇ ਹੋ ਕਿ ਪ੍ਰੀ ਅਡਲਟਹੁੱਡ ਦੀ ਸਟੇਜ ਆ। ਅਡਲਟਹੁੱਡ ਕੀ ਆ? 20 ਤੋਂ 60 ਸਾਲ ਦੀ ਸਟੇਜ ਅਡਲਟਹੁੱਡ ਹੁੰਦੀ ਆ। ਉਹਦੇ 'ਚ ਦੋਵਾਂ 'ਚ ਵੰਡ ਦਿੰਦੇ ਅਸੀਂ, ਇੱਕ ਪ੍ਰੀ ਅਡਲਟਹੁੱਡ ਤੇ ਇੱਕ ਲੇਟਰ ਜਾਂ ਪੋਸਟ ਅਡਲਟਹੁੱਡ। ਤਾਂ ਇਹ ਪ੍ਰੀ ਅਡਲਟਹੁੱਡ ਦੀ ਸਟੇਜ ਆ ਜੀ। ਇੱਥੇ ਕੀ ਆ ਜੀ? ਇੱਥੇ ਰਿਲੇਸ਼ਨਸ ਲਾਈਕ ਮੈਰਿਜ, ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਇਸ ਸਟੇਜ ਤੇ। ਭਾਵੇਂ ਕਿ ਤੁਹਾਡਾ ਇਹਨਾਂ ਲੋਕਾਂ ਨਾਲ ਤਾਂ ਵਾਹ ਵਾਸਤਾ ਨਹੀਂ ਪੈਣਾ। ਮੈਂ ਪਹਿਲੇ ਲੈਕਚਰ 'ਚ ਗੱਲ ਕੀਤੀ ਸੀ ਕਿ ਤੁਸੀਂ ਬੀਐਡ ਦੇ ਟੈਟ ਪੇਪਰ 2 ਦੀ ਗੱਲ ਕਰ ਲਓ, ਭਾਵੇਂ ਤੁਸੀਂ ਈਟੀਟੀ ਦੇ ਪੁਆਇੰਟ ਆਫ ਵਿਊ ਤੋਂ ਪੇਪਰ 1 ਦੀ ਗੱਲ ਕਰ ਲਈਏ, ਤਾਂ ਤੁਹਾਡੇ ਨਾਲ ਜਿਹੜੇ ਬੱਚਿਆਂ ਦਾ ਵਾਹ ਵਾਸਤਾ ਪੈਣਾ ਉਹ ਸਿਰਫ ਅਡੋਲਸੈਂਸ ਤੱਕ ਹੀ ਪੈਣਾ। ਤਾਂ ਇਦੋਂ ਬਾਅਦ ਵਾਲੀਆਂ ਸਟੇਜਸ ਦਾ ਤੁਹਾਡੇ ਬੱਚੇ ਨਾਲ ਵਾਹ ਹੀ ਨਹੀਂ ਪਊਗਾ ਤੁਹਾਡੇ ਨਾਲ। ਤਾਂ ਤੁਸੀਂ ਲਾਈਕ ਇਹ ਲੋਕ ਨੇ ਜਿਹੜੇ ਤਾਂ ਕਾਲਜ 'ਚ ਪੜ੍ਹਨ ਵਾਲੇ ਲੋਕ ਨੇ, ਹਨਾ, ਜਦੋਂ 20 ਤੱਕ ਦਾ ਬੱਚੇ ਚੱਲ ਜਾਂਦੇ ਨੇ, ਤਾਂ ਤੁਸੀਂ ਤਾਂ ਸਿਰਫ 8ਵੀਂ ਤੱਕ ਪੜ੍ਹਾਉਣਾ। ਪੇਪਰ 2 ਵਾਲਿਆਂ ਨੇ 6ਵੀਂ ਤੋਂ 8ਵੀਂ ਤੇ ਪੇਪਰ 1 ਵਾਲਿਆਂ ਨੇ ਪ੍ਰਾਇਮਰੀ ਸਕੂਲ 'ਚ ਪੜ੍ਹਾਉਣਾ। ਤਾਂ ਪਰ ਫਿਰ ਵੀ ਆਪਾਂ ਇਹਨੂੰ ਸਮਝਾਂਗੇ ਕਿਉਂਕਿ ਥਿਊਰੀ ਤਾਂ ਇਹ ਓਵਰਆਲ ਲਾਈਫ ਸਪੈਨ ਦੀ ਦਿੱਤੀ ਗਈ ਹੈ। ਤਾਂ ਇਸ ਸਟੇਜ 'ਚ ਇੰਟੀਮੇਸੀ ਵਰਸਸ ਆਈਸੋਲੇਸ਼ਨ ਹੁੰਦਾ ਜੀ। ਇੰਟੀਮੇਸੀ ਹੁੰਦੀ ਆ ਜੀ ਨੇੜਤਾ। ਇੱਥੇ ਕ੍ਰਾਈਸਿਸ ਕੀ ਆ ਕਿ ਜਾਂ ਤਾਂ ਇਨਸਾਨ ਦੀ ਨੇੜਤਾ ਹੋ ਜਾਂ ਉਹ ਟੁੱਟ ਜੂ, ਇਕੱਲਾ ਮਹਿਸੂਸ ਕਰੂ। ਠੀਕ ਹੈ ਜੀ। ਹੁਣ ਸੁਸਾਇਟੀ ਇੱਥੇ ਕੀ ਰੋਲ ਪਲੇ ਕਰਦੀ ਆ? ਸੁਸਾਇਟੀ ਦੇ ਵਿੱਚ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਜੇ ਤਾਂ ਉਹ ਸਾਰੇ ਤੁਹਾਡੇ ਨਾਲ ਖੜੇ ਨੇ, ਹਨਾ, ਤੁਹਾਡੇ ਨਾਲ ਅੱਛਾ ਰਿਸ਼ਤਾ ਉਹਨਾਂ ਦਾ, ਤੁਸੀਂ ਸਾਰੇ ਰਿਸ਼ਤੇਦਾਰਾਂ ਨਾਲ ਵਧੀਆ ਵਰਤਦੇ ਹੋ, ਤੁਹਾਡੇ ਦੋਸਤ ਨੇ, ਆਉਣ ਜਾਣਾ ਤੁਹਾਡਾ ਉਹਨਾਂ ਨਾਲ, ਤੁਹਾਡੀ ਮੈਰਿਜ ਅੱਛੇ ਤਰੀਕੇ ਨਾਲ ਹੋਈ ਆ, ਤੁਹਾਡੇ ਪਾਰਟਨਰ ਜੋ ਹੈ ਉਹ ਉਹਨਾਂ ਨਾਲ ਇੰਟੀਮੇਸੀ ਆ, ਅੱਛਾ ਰਿਲੇਸ਼ਨ ਆ ਤੁਹਾਡਾ, ਤੁਹਾਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ, ਸਾਰੇ ਲਗਾਵ ਤੁਹਾਨੂੰ ਫੀਲ ਹੁੰਦਾ ਕਿ ਮੇਰੇ ਨਾਲ ਬਹੁਤ ਸਾਰੇ ਲੋਕ ਇਮੋਸ਼ਨਲੀ ਜੁੜੇ ਹੋਏ ਨੇ, ਚਾਹੇ ਉਹ ਰਿਸ਼ਤੇਦਾਰ ਨੇ, ਪੇਰੈਂਟਸ ਨੇ। ਤਾਂ ਤੁਹਾਡੇ 'ਚ ਭਾਵਨਾ ਪੈਦਾ ਹੋਊਗੀ ਇੰਟੀਮੇਸੀ ਦੀ, ਜਿਹੜੀ ਕਿ ਪੋਜ਼ਿਟਿਵ ਤੁਸੀਂ ਹੌਸਲੇ 'ਚ ਇੱਕ ਮਹਿਸੂਸ ਕਰੋਗੇ ਆਪਦੇ ਆਪ ਨੂੰ। ਪਰ ਜੇ ਸੁਸਾਇਟੀ ਨੇ, ਸੁਸਾਇਟੀ ਦਾ ਮਤਲਬ ਰਿਸ਼ਤੇਦਾਰਾਂ ਨੇ, ਫੈਮਿਲੀ ਨੇ, ਕੁਛ ਜਿੰਨੇ ਵੀ ਇਹ ਏਰੀਏ 'ਚ ਆਉਂਦੇ ਨੇ ਸੁਸਾਇਟੀ ਨੇ, ਉਹਨਾਂ ਨੇ ਤੁਹਾਨੂੰ ਛੱਡਤਾ ਇਕੱਲਿਆਂ। ਤੁਹਾਡੇ ਰਿਸ਼ਤੇਦਾਰ ਤੁਹਾਡੇ ਨਾਲ ਨਹੀਂ ਵਰਤ ਰਹੇ, ਹਨਾ। ਜੇ ਆਪਾਂ ਗੱਲ ਕਰੀਏ ਕਿ ਤੁਹਾਡੀ ਮੈਰਿਜ ਸਕਸੈਸਫੁਲ ਨਹੀਂ ਹੈਗੀ, ਤੁਸੀਂ ਖੁਸ਼ ਨਹੀਂ ਹੈਗੇ, ਹੋਰ ਇਸ ਪੁਆਇੰਟ ਆਫ ਵਿਊ ਤੋਂ ਤੁਹਾਡੇ ਦੋਸਤ ਨਹੀਂ ਤੁਹਾਡੇ ਨਾਲ, ਤਾਂ ਤੁਸੀਂ ਕਿੱਥੇ ਜਾਓਗੇ? ਆਈਸੋਲੇਸ਼ਨ। ਤੁਸੀਂ ਟੁੱਟਿਆ ਹੋਇਆ ਮਹਿਸੂਸ ਕਰੋਗੇ, ਸਭ ਤੋਂ ਟੁੱਟ ਜਾਓਗੇ। ਤਾਂ ਇਹਨਾਂ ਦੋਨਾਂ ਦੇ ਵਿੱਚ ਸੁਸਾਇਟੀ ਡਿਸਾਈਡ ਕਰ ਰਹੀ ਹੈ ਕਿ ਇਸ ਕ੍ਰਾਈਸਿਸ ਦੇ ਵਿੱਚ ਤੁਸੀਂ ਕਿੱਧਰ ਜਾਓਗੇ। ਠੀਕ ਹੈ ਜੀ। ਤਾਂ ਇਹ ਵੀ ਇੰਪੋਰਟੈਂਟ ਚੀਜ਼ ਆ ਕਿ ਸੁਸਾਇਟੀ ਹੀ ਅਲਟੀਮੇਟਲੀ ਹਰ ਸਟੇਜ ਦੇ ਕ੍ਰਾਈਸਿਸ ਦੇ ਵਿੱਚ ਤੁਸੀਂ ਕਿਹੜੀ ਸਾਈਡ ਜਾਣਾ ਹੈ, ਸੁਸਾਇਟੀ ਡਿਸਕਸ ਕਰ ਰਹੀ ਆ ਕਿ ਉਹ ਜਦੋਂ ਜਾਓਗੇ, ਜਦੋਂ ਤੁਸੀਂ ਆਈਸੋਲੇਸ਼ਨ 'ਚ ਹੋਵੋਗੇ ਤਾਂ ਤੁਹਾਡਾ ਹੋਰ ਬਿਹੇਵੀਅਰ ਬਣੂਗਾ, ਹਨਾ, ਤੇ ਜਦੋਂ ਤੁਸੀਂ ਇੰਟੀਮੇਸੀ 'ਚ ਹੋਵੋਗੇ ਤਾਂ ਤੁਹਾਡਾ ਹੋਰ ਤਰ੍ਹਾਂ ਦਾ ਬਿਹੇਵੀਅਰ ਬਣੂਗਾ। ਇਹ ਤੁਸੀਂ ਜਾਣਦੇ ਹੋ ਕਿ ਚੰਗਾ ਕਿੱਧਰ ਬਣੂ ਤੇ ਬੁਰਾ ਕਿੱਧਰ ਬਣੂਗਾ, ਹਨਾ। ਇਹ ਤੁਹਾਡੀ ਸਮਝ ਆਏ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। ਅੱਗੇ ਹੈਗਾ ਜੀ ਕ੍ਰੀਏਟੀਵਿਟੀ ਵਰਸਸ ਸਟੈਗਨੇਸ਼ਨ। ਨੈਕਸਟ ਸਟੇਜ ਹੈ ਜੀ ਕ੍ਰੀਏਟੀਵਿਟੀ ਵਰਸਸ ਸਟੈਗਨੇਸ਼ਨ। ਕ੍ਰੀਏਟੀਵਿਟੀ ਵਰਸਸ ਸਟੈਗਨੇਸ਼ਨ, ਇਹ ਜੀ 45 ਤੋਂ ਲੈ ਕੇ 60 ਸਾਲ ਦੀ ਸਟੇਜ ਆ। 45 ਤੋਂ ਲੈ ਕੇ 60 ਸਾਲ ਦੀ ਸਟੇਜ ਆ। ਕ੍ਰੀਏਟੀਵਿਟੀ ਕੀ ਹੁੰਦੀ ਹੈ ਜੀ? ਰਚਨਾਤਮਕਤਾ।
ਤੁਹਾਡੇ 'ਚ ਉਹ ਗੁਣ ਜੋ ਤੁਸੀਂ ਨਵੀਆਂ ਚੀਜ਼ਾਂ ਨੂੰ ਕ੍ਰੀਏਟਿਵ ਕੁਝ ਨਵੇਂ ਆਈਡੀਆਜ਼ ਨਵੀਆਂ ਚੀਜ਼ਾਂ ਲੈ ਕੇ ਆਉਣੇ ਰਹਿੰਦੇ ਹੋ ਹਨਾ, ਕੁਝ ਨਵਾਂ ਪੈਦਾ ਕਰਨ ਦਾ ਜਜ਼ਬਾ ਕ੍ਰੀਏਟਿਵਿਟੀ। ਸਟੈਗਨੇਸ਼ਨ ਕੀ ਹੁੰਦੀ? ਠਹਿਰਾਓ, ਰੁਕ ਜਾਣਾ, ਠਹਿਰਾਓ, ਸਟੈਗਨੇਸ਼ਨ। ਤਾਂ ਇਹ ਲੇਟਰ ਅਡਲਟਹੁੱਡ ਦੀ ਸਟੇਜ ਆ। ਪਹਿਲੀ ਗੱਲ ਤਾਂ ਤੁਸੀਂ ਦੇਖਿਆ ਹੀ, ਆਪਾਂ ਪਹਿਲਾਂ ਗੱਲ ਕਰਕੇ ਹਟੇ ਕਿ 45 ਤੋਂ 60 ਸਾਲ ਦੀ ਸਟੇਜ ਆ ਜਿਹੜੀ ਲੇਟਰ ਅਡਲਟਹੁੱਡ ਦੀ ਸਟੇਜ ਆ। ਹੁਣ ਦੇਖੋ ਵੀ ਹਰ ਸਟੇਜ ਦੇ ਉੱਤੇ ਤੁਹਾਡਾ ਬਿਹੇਵੀਅਰ ਬਣਦਾ ਹਨਾ। ਜੇ ਤੁਹਾਡਾ ਸੋਸਾਇਟੀ ਨੇ ਸਹੀ ਸਾਥ ਦਿੱਤਾ, ਪੋਜ਼ਿਟਿਵਲੀ ਚੱਲੇ ਹੋ ਤਾਂ ਤੁਸੀਂ ਉਸ ਕ੍ਰਾਈਸਿਸ ਦੇ ਵਿੱਚੋਂ ਪੋਜ਼ਿਟਿਵ ਸਿਚੁਏਸ਼ਨ ਲੈ ਕੇ ਆਏ ਹੋ, ਜੇ ਨੈਗੇਟਿਵਲੀ ਚੱਲੇ ਹੋ ਤਾਂ ਨੈਗੇਟਿਵ ਸਿਚੁਏਸ਼ਨ ਲੈ ਕੇ ਆਏ ਹੋ। ਤਾਂ ਇੱਥੇ ਆ ਕੇ ਜਦੋਂ ਬੰਦਾ ਇਸ ਏਜ ਤੇ ਆ ਜਾਂਦਾ, ਉਹਨੇ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਰਿਲੇਸ਼ਨ ਕਮਾ ਲਏ ਜਾਂ ਫਿਰ ਨਹੀਂ ਕਮਾਏ ਹਨਾ, ਲੋਕਾਂ ਦੀ ਇੰਟੀਮੇਸੀ ਹੈ ਜਾਂ ਫਿਰ ਨਹੀਂ ਹੈ, ਆਈਸੋਲੇਸ਼ਨ ਆ, ਉਹ ਇਸ ਟਾਈਮ ਤੇ ਆ ਜਾਂਦਾ। ਇੱਥੇ ਉਹ ਬਿਜ਼ਨਸ ਨੂੰ ਆਪਦੇ ਨੂੰ ਐਕਸਪੈਂਡ ਕਰ ਰਿਹਾ, ਚਾਹੁੰਦਾ ਸੋਸਾਇਟੀ ਦੇ ਵਿੱਚ ਮੈਂ ਅੱਛਾ ਮੇਰਾ ਰੁਤਬਾ ਹੋਵੇ, ਮਾਨ ਸਤਿਕਾਰ ਹੋਵੇ ਵਗੈਰਾ ਵਗੈਰਾ, ਇਹ ਸਾਰੀਆਂ ਚੀਜ਼ਾਂ ਉਹ ਚਾਹੁੰਦਾ ਹਨਾ। ਇੱਥੇ ਆ ਕੇ ਜੇ ਤਾਂ ਇਨਸਾਨ ਨੂੰ ਉਸ ਕ੍ਰਾਈਸਿਸ ਦੇ ਵਿੱਚੋਂ ਪਹਿਲਾਂ ਤੋਂ ਸੋਸਾਇਟੀ ਨੇ ਉਹਦਾ ਸਾਥ ਦਿੱਤਾ ਤੇ ਉਹ ਪੋਜ਼ਿਟਿਵ ਚੀਜ਼ਾਂ ਵੱਲ ਨੂੰ ਲੈ ਕੇ ਹੀ ਉਹਦਾ ਬਿਹੇਵੀਅਰ ਪੋਜ਼ਿਟਿਵ ਬਣਿਆ ਹੋਇਆ, ਤਾਂ ਉਹ ਬੰਦਾ ਇੱਥੇ ਵੀ ਜਿਹੜੀ ਹੈਗੀ ਆ ਉਹ ਕ੍ਰੀਏਟਿਵਿਟੀ ਲੈ ਕੇ ਆਊਗਾ। ਉਹ ਕੁਛ ਨਾ ਕੁਛ ਨਵਾਂ ਕਰਦਾ ਰਹੂਗਾ, ਕੁਛ ਨਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰੂਗਾ। ਆਪਦੇ ਆਪ ਨੂੰ ਅਜੇ ਬੁੱਢਾ ਨਹੀਂ ਸਮਝੂਗਾ, ਉਹ ਕੁਛ ਨਾ ਕੁਛ ਨਵਾਂ ਪੜੂਗਾ, ਨਵਾਂ ਬਿਜ਼ਨਸ ਕਰੂਗਾ, ਨਵੀਂ ਜੌਬ 'ਚ ਤਰੱਕੀ ਦੀ ਗੱਲ ਕਰੂਗਾ ਵਗੈਰਾ ਵਗੈਰਾ, ਕਿਉਂਕਿ ਉਹਦਾ ਬਿਹੇਵੀਅਰ ਸੋਸਾਇਟੀ ਨੇ ਜੋ ਪਹਿਲਾਂ ਬਣਾਇਆ, ਉਹਦੀ ਸਾਈਕੋਲੋਜੀ ਬਣਾਈ ਆ, ਉਹ ਪੋਜ਼ਿਟਿਵ ਬਣਾਈ ਆ, ਤੇ ਉਹ ਇੱਥੇ ਆ ਕੇ ਪੋਜ਼ਿਟਿਵਿਟੀ ਦੀ ਹੀ ਗੱਲ ਕਰੂ। ਤੇ ਪੋਜ਼ਿਟਿਵਿਟੀ ਜਦੋਂ ਤੁਹਾਡੇ 'ਚ ਹੋਈ ਤਾਂ ਤੁਸੀਂ ਕੀ ਹੋਵੋਗੇ? ਤੁਸੀਂ ਕ੍ਰੀਏਟਿਵ ਹੋਵੋਗੇ ਜੀ। ਠੀਕ ਹੈ ਜੀ। ਜੇ ਪਿਛਲੀਆਂ ਸਟੇਜਸ ਦੇ ਵਿੱਚ ਸੋਸਾਇਟੀ ਨੇ ਤੁਹਾਡਾ ਬਿਹੇਵੀਅਰ ਇਸ ਤਰ੍ਹਾਂ ਦਾ ਬਣਾਤਾ ਕਿ ਉਹਨਾਂ ਨੇ ਸਾਥ ਨਹੀਂ ਦਿੱਤਾ, ਤੁਹਾਨੂੰ ਨੈਗੇਟਿਵ ਪੱਖ 'ਚ ਹੀ ਰੱਖਿਆ, ਠੀਕ ਹੈ ਜੀ, ਇੱਥੇ ਆ ਕੇ ਤੁਹਾਡੇ 'ਚ ਸਟੈਗਨੇਸ਼ਨ ਹੋਊਗੀ। ਠਹਿਰਾਓ, ਤੁਸੀਂ ਆਖੋਗੇ ਕਿ ਬਈ ਇੰਨੀ ਉਮਰ ਤਾਂ ਲੰਘ ਗਈ ਆ, ਹੁਣ ਤੱਕ ਆਪਣਾ ਕੁਝ ਨਹੀਂ ਬਣਿਆ, ਆਪਣੇ ਕੋਈ ਰਿਸ਼ਤੇਦਾਰ ਨਹੀਂ, ਪਹਿਲਾਂ ਆਪਣੇ ਨਾਲ ਸੀਗੇ, ਮਤਲਬ ਕਿ ਆਈਸੋਲੇਸ਼ਨ 'ਚ ਸੀਗੇ, ਉਦੋਂ ਪਹਿਲਾਂ ਆਪਣੀ ਕੋਈ ਆਇਡੈਂਟੀ ਨਹੀਂ ਸੀ, ਆਪਾਂ ਰੋਲ ਕਨਫਿਊਜ਼ਨ 'ਚ ਸੀਗੇ। ਇਟ ਮੀਨਸ ਸੋਸਾਇਟੀ ਨੇ ਤੁਹਾਡਾ ਸਹੀ ਸਮੇਂ ਤੇ ਸਾਥ ਹੀ ਨਹੀਂ ਦਿੱਤਾ, ਮਾੜੇ ਟੀਚਰ ਮਿਲ ਗਏ ਫੋਰ ਐਗਜ਼ਾਮਪਲ, ਤਾਂ ਕੀ ਆ ਕਿ ਇਸ ਸਮੇਂ ਤੇ ਤੁਸੀਂ ਸਟੈਗਨੇਸ਼ਨ 'ਚ ਹੋਵੋਗੇ, ਤੁਹਾਡੇ 'ਚ ਰੁਕਾਵਟ ਹੋਊਗੀ, ਤੁਸੀਂ ਅੱਛਾ ਅੱਗੇ ਕੁਝ ਕ੍ਰੀਏਟਿਵ ਸੋਚ ਹੀ ਨਹੀਂ ਪਾਓਗੇ। ਤੁਸੀਂ ਆਖੋਗੇ ਬਸ ਠੀਕ ਆ, ਬਹੁਤੀ ਲੰਘ ਗਈ, ਥੋੜੀ ਰਹਿ ਗਈ, ਬਸ ਠੀਕ ਆ, ਹੀ ਚੱਲੀ ਚੱਲਦੇ ਆ। ਸਮਝ ਗਏ ਜੀ ਗੱਲ? ਅਗਲੀ ਸਟੇਜ ਜਿਹੜੀ ਕਿ ਫਾਈਨਲ ਸਟੇਜ ਆ, ਉਹ ਸਟੇਜ ਹੈਗੀ ਆ ਜੀ ਲਾਈਫ ਰਿਫਲੈਕਸ਼ਨ ਵਰਸਸ ਡਿਸਪੇਅਰ। ਲਾਈਫ ਰਿਫਲੈਕਸ਼ਨ ਵਰਸਸ ਡਿਸਪੇਅਰ। ਡਿਸਪੇਅਰ ਹੁੰਦਾ ਹੀ ਚਿੰਤਾ। ਇਹ 60 ਪਲੱਸ ਦੀ ਸਟੇਜ ਆ ਜੀ। ਇਸ ਦੇ ਵਿੱਚ ਕੀ ਹੈ ਜੀ? ਇਹ 올ਡ ਏਜ ਹੈਗੀ ਹੈ ਜੀ। ਇਹ ਬੁਢਾਪਾ ਆ ਜਾਂਦਾ ਜਦੋਂ ਬੰਦੇ ਤੇ। ਹੁਣ ਬੁਢਾਪੇ ਤੱਕ ਆਉਂਦੇ ਆਉਂਦੇ ਸੋਸਾਇਟੀ ਨੇ ਤੁਹਾਡੇ ਬਿਹੇਵੀਅਰ ਨੂੰ ਬਣਾਉਣ ਦੇ ਵਿੱਚ ਕਿੰਨਾ ਇੰਪੋਰਟੈਂਟ ਰੋਲ ਪਲੇ ਕੀਤਾ, ਇਹ ਤੁਸੀਂ ਐਰਿਕ ਰਿਕਸਨ ਦੀ ਇਸ ਥਿਊਰੀ ਤੋਂ ਸਮਝ ਗਏ। ਹੁਣ ਆ ਗਿਆ ਜੀ ਬੁਢਾਪਾ। ਇੱਥੇ ਕੀ ਹੈ ਜੀ? ਲਾਈਫ ਰਿਫਲੈਕਸ਼ਨ ਤੇ ਡਿਸਪੇਅਰ ਹੁੰਦੀ ਹੈ ਜੀ ਚਿੰਤਾ। ਇਸੇ ਚ ਆ ਕੇ ਬੰਦਾ ਆਪਦੇ ਕੰਮ ਤੋਂ ਵੀ ਰਿਟਾਇਰ ਹੋ ਜਾਂਦਾ, ਜੌਬ ਤੋਂ ਵੀ ਰਿਟਾਇਰ ਹੋ ਜਾਂਦਾ, ਤੇ ਉਹ ਇਕੱਲਾ ਬੈਠ ਕੇ ਦੇਖ ਰਿਹਾ ਕਿ ਮੈਂ ਪਿੱਛੇ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਿਹੜੀ ਜਿਉਈ ਆ ਉਹ ਕਿਸ ਤਰ੍ਹਾਂ ਦੀ ਜਿਉਈ ਆ। ਲਾਈਫ ਰਿਫਲੈਕਸ਼ਨ। ਜੇ ਤਾਂ ਸੋਸਾਇਟੀ ਉਹਦੇ ਨਾਲ ਖੜੀ ਰਹੀ, ਉਹਨੂੰ ਕਾਮਯਾਬ ਇਨਸਾਨ ਬਣਾਇਆ ਸੋਸਾਇਟੀ ਨੇ, ਤਾਂ ਕੀ ਹੋਇਆ ਜੀ? ਇੱਥੇ ਉਹਦੀ ਲਾਈਫ ਰਿਫਲੈਕਸ਼ਨ ਆ ਜਿਹੜੀ ਉਹ ਪੋਜ਼ਿਟਿਵ ਹੋਊਗੀ। ਉਹਨੂੰ ਲੱਗਾ ਯਾਰ ਸ਼ੁਰੂ ਤੋਂ ਹੀ ਇਨੀਸ਼ੀਏਟਿਵ ਲੈਤੇ, ਆਟੋਨੋਮੀ ਆਪਣੇ ਕੋਲੇ ਸੀ, ਆਇਡੈਂਟੀਟੀ ਸੀਗੀ, ਫਿਰ ਆਪਣੇ ਕੋਲੇ ਜਿਹੜੇ ਰਿਲੇਸ਼ਨ ਸੀਗੇ, ਇੰਟੀਮੇਸੀ ਸੀਗੀ, ਫਿਰ ਆਪਣੇ ਕੋਲੇ ਤੁਸੀਂ ਗੱਲ ਕਰੋ ਕਿ ਕ੍ਰੀਏਟਿਵਿਟੀ ਵੀ ਸੀਗੀ ਹਨਾ, ਇਹ ਸਭ ਕੁਝ ਸੀ। ਜ਼ਿੰਦਗੀ 'ਚ ਸਾਰੀ ਜ਼ਿੰਦਗੀ ਪੋਜ਼ਿਟਿਵ ਰਹੀ ਆ, ਖੁਸ਼ ਰਿਹਾ, ਉਹਦਾ ਬਿਹੇਵੀਅਰ ਪੋਜ਼ਿਟਿਵ ਰਿਹਾ। ਤਾਂ ਇੱਥੇ ਲਾਈਫ ਰਿਫਲੈਕਸ਼ਨ ਨੂੰ ਦੇਖ ਕੇ 올ਡ ਏਜ ਤੇ ਵੀ ਉਹ ਰੁਕੂਗਾ ਨਹੀਂ, ਉਹ ਕ੍ਰੀਏਟਿਵ ਹੀ ਰਹੂਗਾ। ਉਹ ਅੱਜ ਵੀ ਕੋਈ ਨਾ ਕੋਈ ਨਵਾਂ ਕੰਮ ਕਰਨ ਦੀ ਕੋਸ਼ਿਸ਼ ਕਰੂਗਾ, ਉਹ ਅੱਜ ਵੀ ਕੁਛ ਨਾ ਕੁਛ ਨਵਾਂ ਸੋਚਣ ਦੀ, ਰਿਟਾਇਰ ਹੋ ਕੇ ਉਹ ਘਰ ਬੈਠਣ ਵਾਲਿਆਂ 'ਚੋਂ ਨਹੀਂ ਹੋਊਗਾ ਹਨਾ। ਪਰ ਜੇ ਸੋਸਾਇਟੀ ਨੇ ਪਹਿਲਾਂ ਉਹਦਾ ਸਾਥ ਨਾ ਦਿੱਤਾ, ਉਹਦਾ ਬਿਹੇਵੀਅਰ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਪਿਛਲੀ ਜ਼ਿੰਦਗੀ ਦੀਆਂ ਸਾਰੀਆਂ ਸਟੇਜਸ ਦੇ ਵਿੱਚ ਜਿਹੜੇ ਕ੍ਰਾਈਸਿਸ ਆਏ ਨੇ, ਉਹਨਾਂ ਕ੍ਰਾਈਸਿਸ 'ਚੋਂ ਨੈਗੇਟਿਵ ਸਾਈਡ ਹੀ ਰਿਹਾ, ਤਾਂ ਅੱਜ ਉਹ ਚਿੰਤਾ ਦੇ ਵਿੱਚ ਹੋਊਗਾ ਕਿ ਯਾਰ ਸਾਰੀ ਜ਼ਿੰਦਗੀ ਲੰਘ ਗਈ, ਹੁਣ ਕਰੀਏ ਕੀ। ਕੁਛ ਜਦੋਂ ਤੁਸੀਂ ਦੇਖੋ ਕਿ 60 ਸਾਲ ਤੱਕ ਬੰਦਾ ਜੇ ਨੈਗੇਟਿਵਿਟੀ 'ਚ ਰਹਿ ਰਿਹਾ, ਤਾਂ 60 ਤੋਂ ਬਾਅਦ ਉਹਨੂੰ ਪੋਜ਼ਿਟਿਵ ਹੋਣ ਲਈ ਬਹੁਤ ਵੱਡਾ ਜਿਹੜਾ ਹੈਗਾ ਕੁਛ ਨਾ ਕੁਛ ਘਟਨਾ ਵਾਪਰਨੀ ਚਾਹੀਦੀ ਹੈ ਉਹਦੇ ਨਾਲ, ਤਾਂ ਇੱਥੇ ਉਹ ਚਿੰਤਾ 'ਚ ਹੋਊਗਾ। ਠੀਕ ਹੈ ਜੀ। ਤਾਂ ਇਹ ਸਾਰੀਆਂ ਸਟੇਜਸ ਨੇ ਜਿਸ ਦੇ ਵਿੱਚ ਐਰਿਕ ਰਿਕਸਨ ਸਾਨੂੰ ਕੀ ਦੱਸਦਾ ਕਿ ਇਨਸਾਨ ਦੀ ਜੋ ਬਿਹੇਵੀਅਰ ਆ, ਜੋ ਸਾਈਕੋ ਆ, ਉਹ ਸੋਸਾਇਟੀ ਹੀ ਬਣਾਉਂਦੀ ਆ।
सोसाइटी कदे तुहाडी फैमिली हुंदी है, कदे आंढ गुआंढ रिश्तेदार हो जाते हैं, फिर सोसाइटी खुल जाती है, फिर स्कूल भी सोसाइटी का हिस्सा बन जाता, फिर फुल फ्लैज सोसाइटी आ जाती है। इस तरीके नाल तुहाडी साइकोलॉजी, तुहाडा बिहेवियर जो अज है वो सोसाइटी करके है जी। ਇਹਦੇ ਚ ਐਰਿਕ ਰਿਕਸਨ ਦੋ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਕਹਿੰਦਾ। ਉਹ ਦੋ ਤਿੰਨ ਇੰਪੋਰਟੈਂਟ ਚੀਜ਼ਾਂ ਕੀ ਆ? ਉਹ ਇਹ ਆ ਜੀ, ਇੱਕ ਤਾਂ 8 ਸਪੈਨਸ ਨੇ, ਹਰ ਦੇ ਵਿੱਚ ਇੱਕ ਕ੍ਰਾਈਸਿਸ ਆ। ਉਸ ਕ੍ਰਾਈਸਿਸ ਚੋਂ ਤੁਸੀਂ ਕਿਵੇਂ ਲੰਘਣਾ ਇਹ ਸੋਸਾਇਟੀ ਤੇ ਡਿਪੈਂਡ ਕਰਦਾ, ਠੀਕ ਹੈ ਜੀ। ਜੋ ਤੁਸੀਂ ਇੱਕ ਸਟੇਜ ਦੇ ਵਿੱਚ ਕਿਸੇ ਕ੍ਰਾਈਸਿਸ ਚੋਂ ਲੰਘੇ ਹੋ, ਉਹ ਆਉਣ ਵਾਲੇ ਕ੍ਰਾਈਸਿਸ ਨੂੰ ਪ੍ਰਭਾਵਿਤ ਕਰੂਗਾ ਪ੍ਰਭਾਵਿਤ। ਜੇ ਇੱਕ ਦੇ ਵਿੱਚ ਰੋਲ ਕਨਫਿਊਜ਼ਨ ਹੈ ਤਾਂ ਨੈਕਸਟ ਦੇ ਵਿੱਚ ਇੱਕਦਮ ਪੋਜ਼ਿਟਿਵ ਨਹੀਂ ਆਊਗਾ। ਪਰ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਜੇ ਤੁਸੀਂ ਇੱਕ ਸਟੇਜ ਦੇ ਵਿੱਚੋਂ ਨੈਗੇਟਿਵ ਹੋ ਕੇ ਲੰਘੇ ਹੋ ਤਾਂ ਅੱਗੇ ਤੁਸੀਂ ਪੋਜ਼ਿਟਿਵ ਵਾਲੀ ਸਾਈਡ ਜਾ ਨਹੀਂ ਸਕਦੇ, ਇਹ ਕਿਤੇ ਨਹੀਂ ਲਿਖਿਆ। ਜੇ ਉਦੋਂ ਤੁਹਾਨੂੰ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਘਰੇ ਆਂਢ ਗੁਆਂਢ ਆਲੇ ਦੁਆਲੇ ਦੇ ਵਿੱਚ ਸਾਨੂੰ ਆਟੋਨੋਮੀ ਜਾਂ ਤੁਸੀਂ ਗੱਲ ਕਰੋ ਇਨੀਸ਼ੀਏਟਿਵ ਲੈਣ ਦੀ ਆਗਿਆ ਦਿੱਤੀ ਨਹੀਂ ਗਈ, ਕਿਸੇ ਨੇ ਇਨੀਸ਼ੀਏਟਿਵ ਲੈਣ ਹੀ ਨਹੀਂ ਦਿੱਤਾ, ਹਨਾ। ਜਦੋਂ ਅਸੀਂ ਪਿਛਲੀ ਗੱਲ ਕਰਕੇ ਕਿ ਆਪਾਂ ਉਸ ਲੈਵਲ ਤੇ ਗੱਲ ਕਰਦੇ ਹਾਂ, ਉਹ ਸਲਾਈਡ ਆਪਣੀ ਕਿਹੜੀ ਸੀ? ਆਹ ਦੇਖੋ, ਇਨੀਸ਼ੀਏਟਿਵ ਵਰਸਸ ਗਿਲਟ ਦੀ ਗੱਲ ਕਰਦੇ ਹਾਂ। 4 ਤੋਂ 6 ਸਾਲ ਤੋਂ ਹੀ ਫੈਮਿਲੀ ਸੀ, ਹਨਾ। ਘਰੇ ਤੁਹਾਨੂੰ ਕਿਸੇ ਚੀਜ਼ ਦਾ ਇਨੀਸ਼ੀਏਟਿਵ ਨਹੀਂ ਲੈਣ ਦਿੱਤਾ, ਇਹ ਡਿੱਗ ਪੂ, ਇਹਦੇ ਸੱਟ ਨਾ ਲੱਗ ਜੇ, ਇਹਨੇ ਉਹ ਚੀਜ਼ ਖਰਾਬ ਕਰਤੀ, ਉਹ ਕਰਤੀ, ਤਾਂ ਤੁਹਾਨੂੰ ਕੁਝ ਵੀ ਆਪਣੇ ਆਪ ਕਰ ਨਹੀਂ ਦਿੰਦੇ, ਸਾਰਾ ਕੁਝ ਤੁਹਾਨੂੰ ਕਰਕੇ ਦੇਈ ਜਾਂਦੇ ਸੀ। ਤਾਂ ਗਿਲਟ ਭਾਵਨਾ ਤੁਹਾਡੇ 'ਚ ਪੈਦਾ ਹੋਊਗੀ। ਜਿਵੇਂ ਹੀ ਤੁਸੀਂ ਸਕੂਲ 'ਚ ਆਏ, ਇੰਡਸਟਰੀ ਵਰਸਸ ਇਨਫੀਰੀਅਰ 6ਵੀਂ 'ਚ ਆਏ, ਇੱਥੋਂ ਤੁਸੀਂ ਗਿਲਟ ਭਾਵਨਾ 'ਚੋਂ ਨਿਕਲ ਕੇ ਆਏ। ਪਰ ਜਿਵੇਂ ਤੁਸੀਂ ਸਕੂਲ 'ਚ ਆ ਗਏ, ਸਕੂਲ 'ਚ ਤੁਹਾਨੂੰ ਬਹੁਤ ਅੱਛਾ ਟੀਚਰ ਮਿਲਿਆ, ਉਹਨੇ ਤੁਹਾਨੂੰ ਕਿਹਾ ਵੀ ਵਾਹ ਤੂੰ ਤਾਂ ਬਹੁਤ ਅੱਛਾ ਕੰਮ ਕਰਦਾ, ਤੂੰ ਤਾਂ ਬੜਾ ਉਦਮੀ ਆ, ਬੜਾ ਪਹਿਲ ਕਰਮੀ ਆ ਤੂੰ ਤਾਂ, ਹਨਾ। ਉਹਨੂੰ ਇਨਫੀਰੀਅਰ ਫੀਲ ਕਰਾਇਆ ਹੀ ਨਾ, ਤਾਂ ਟੀਚਰ ਤੁਹਾਨੂੰ ਇਧਰੋਂ ਖਿੱਚ ਕੇ ਇੱਧਰ ਲੈ ਆਇਆ। ਇਹੀ ਕੰਮ ਤੁਸੀਂ ਕਰਨਾ। ਤਾਂ ਕਰਕੇ ਤੁਹਾਨੂੰ ਇਹ ਥਿਊਰੀ ਪੜ੍ਹਾਈ ਜਾਂਦੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਇਨਸਾਨ ਦਾ ਬਿਹੇਵੀਅਰ ਕਿਵੇਂ ਬਣਦਾ, ਤੁਹਾਨੂੰ ਪਤਾ ਹੋਵੇ ਕਿ ਇਨਸਾਨ ਦੇ ਬਿਹੇਵੀਅਰ ਨੂੰ ਸੋਸਾਇਟੀ ਪ੍ਰਭਾਵਿਤ ਕਰਦੀ ਆ, ਤੇ ਉਹ ਸੋਸਾਇਟੀ ਦੇ ਟੀਚਰ ਮਤਲਬ ਕਿ ਤੁਸੀਂ ਬਹੁਤ ਇੰਪੋਰਟੈਂਟ ਪਾਰਟ ਹੋ, ਹਨਾ। ਤਾਂ ਜਦੋਂ ਤੁਸੀਂ ਐਜ਼ ਅ ਟੀਚਰ ਕਲਾਸ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਹੁਣ ਪਤਾ ਕਿ ਬੱਚੇ ਨੂੰ ਪੋਜ਼ਿਟਿਵ ਸਾਈਡ ਕਿਵੇਂ ਲੈ ਕੇ ਆਉਣਾ ਤੇ ਨੈਗੇਟਿਵ ਕਿਵੇਂ ਲੈ ਕੇ ਜਾਣਾਗਾ। ਨੈਗੇਟਿਵ ਤਾਂ ਤੁਸੀਂ ਲੈ ਕੇ ਨਹੀਂ ਜਾਣਾ, ਪੋਜ਼ਿਟਿਵ ਲੈ ਕੇ ਆਉਣਾ ਬੇਸਿਕਲੀ। ਜੇ ਬੱਚਾ ਨੈਗੇਟਿਵ ਹੈਗਾ ਹੀ ਵੀ ਆ, ਕੋਈ ਬੱਚੇ ਨੂੰ ਕਿਹਾ ਵੀ ਚੱਲ ਵੀ ਤੂੰ ਅੱਗੇ ਆ ਕੇ ਬੱਚਿਆਂ ਨੂੰ ਕੋਈ ਲੈਸਨ ਪੜ੍ਹ ਕੇ ਸੁਣਾ, ਉਹ ਆ ਨਹੀਂ ਰਿਹਾ, ਇਟ ਮੀਨਸ ਕੀ ਹੈ ਕਿ ਉਹਨੂੰ ਇਨੀਸ਼ੀਏਟਿਵ ਕਿਤੇ ਲੈਣ ਨਹੀਂ, ਕਿਤੇ ਇੱਕ ਵਾਰੀ ਕੋਈ ਪੜ੍ਹਨ ਗਿਆ ਹੋ, ਟੀਚਰ ਨੇ ਉਹਨੂੰ ਡਾਂਟਤਾ ਹੋ ਕਿ ਤੈਨੂੰ ਇੰਨਾ ਵੀ ਨਹੀਂ ਪੜ੍ਹਨਾ ਹੁੰਦਾ, ਉਹ 'ਚ ਗਿਲਟ ਦੀ ਭਾਵਨਾ ਪੈਦਾ ਹੋ ਗਈ। ਬਟ ਅੱਜ ਤੁਸੀਂ ਉਹਨੂੰ ਜ਼ਬਰਦਸਤੀ ਲੈ ਆਏ, ਉਹਨੂੰ ਹੌਸਲਾ ਦਿੱਤਾ, ਉਹਦੀਆਂ ਗਲਤੀਆਂ ਨੂੰ ਸੁਧਾਰਿਆ, ਹੌਲੀ ਹੌਲੀ ਉਸ ਬੱਚੇ ਨੂੰ ਤੁਸੀਂ ਇਸ ਗਿਲਟ 'ਚੋਂ ਕੱਢ ਕੇ ਇੰਡਸਟਰੀ 'ਚ ਲੈ ਆਏ, ਮਤਲਬ ਕਿ ਉਦਮੀ 'ਚ ਲਾਏ। ਹੁਣ ਉਹ ਬੱਚਾ ਖੁਦ ਹੀ ਜਦੋਂ ਥੋੜੀ ਜਿਹੀ ਉਹਦੀ ਇੱਜ਼ਤ ਬਣਾਈ, ਥੋੜਾ ਜਿਹਾ ਉਹ ਕੰਮ ਕਰਨ ਲੱਗ ਗਿਆ, ਤਾਂ ਆਉਣ ਵਾਲੇ ਸਮੇਂ 'ਚ ਉਹ ਬੱਚਾ ਖੁਦ ਹੀ ਜਿਹੜਾ ਹੈਗਾ ਆਪਣੇ ਆਪ ਹਰ ਹੋਰ ਕੰਮਾਂ ਨੂੰ ਪਹਿਲ ਕਰਨ ਲੱਗ ਜੇ। ਤੁਹਾਨੂੰ ਉਹਨੂੰ ਖਿੱਚ ਕੇ ਲਿਆਉਣ ਦੀ ਜ਼ਰੂਰਤ ਨਹੀਂ, ਆਪਣੇ ਆਪ ਹੋਊਗਾ। ਤਾਂ ਆਈ ਹੋਪ ਤੁਸੀਂ ਇਸ ਥਿਊਰੀ ਨੂੰ ਪੜ੍ਹ ਲਿਆ ਹੋਊਗਾ, ਸਮਝ ਲਿਆ ਹੋਊਗਾ ਕਿ ਤੁਸੀਂ ਕੀ ਕੰਮ ਕਰਨੇ ਆ, ਇਸ ਚੀਜ਼ ਨੂੰ ਵੀ ਸਮਝ ਲਿਆ ਹੋਊਗਾ। ਤਾਂ ਪੈਡਾਗੋਗੀ ਜਾਂ ਤੁਸੀਂ ਸਾਈਕੋਲੋਜੀ ਦੇ ਪੁਆਇੰਟ ਆਫ ਵਿਊ ਤੋਂ ਕੁਐਸਚਨਸ ਕਿਵੇਂ ਆਉਂਦੇ ਨੇ, ਇਹਦੇ ਚੋਂ ਪਹਿਲੀ ਗੱਲ ਤਾਂ ਕਿਹੜੀਆਂ ਸਟੇਜਸ ਨੇ, ਕ੍ਰਾਈਸਿਸ ਕਿਹੜੇ ਨੇ, ਇੱਥੇ ਸਾਡੇ ਕੋਲੇ ਕੁਐਸਚਨ ਆ ਜਾਂਦਾਗਾ, ਹਨਾ। ਜੇ ਸਟਾਰਟਿੰਗ ਤੇ ਗੱਲ ਕਰੀਏ, ਐਰਿਕ ਰਿਕਸਨ ਨੇ ਥਿਊਰੀ ਦਿੱਤੀ ਆ ਸਾਈਕੋ ਤੇ ਸੋਸ਼ਲ ਦੇ ਆਪਸੀ ਸੁਮੇਲ ਜਾਂ ਆਪਸੀ ਸੰਬੰਧਾਂ ਦੇ ਗੱਲ ਕਰਦਾਗਾ। ਲਾਈਫ ਸਪੈਨ 8 ਸਪੈਨ ਦਿੱਤੇ ਨੇ। ਆਇਡੈਂਟੀਕਲ ਕ੍ਰਾਈਸਿਸ ਦੀ ਗੱਲ ਕਰਦਾ ਕਿ ਹਰ ਜ਼ਿੰਦਗੀ ਦੇ ਹਿੱਸੇ 'ਚ ਇੱਕ ਕ੍ਰਾਈਸਿਸ ਤੁਹਾਨੂੰ ਮਿਲੂਗਾ ਹੀ ਮਿਲੂਗਾ, ਠੀਕ ਹੈ ਜੀ, ਉਹ ਤੋਂ ਤੁਸੀਂ ਨਿਕਲਣਾ। ਫਿਰ ਟਰਸਟ ਵਰਸਸ ਮਿਸਟਰਸਟ, ਕਿਹੜੇ ਸਪੈਨ ਦੀ ਉਮਰ ਕੀ ਆ, ਇੱਕ ਤਾਂ ਇਹ ਕੁਐਸਚਨ ਆਉਂਦਾਗਾ। ਬਚਪਨ 'ਚ ਕਿਹੜੇ ਹੁੰਦੇ ਆ, ਸ਼ਿਸ਼ੂ ਕਾਲ ਅਵਸਥਾ 'ਚ ਕਿਹੜੇ ਹੁੰਦੇ ਆ, ਕਿਸ਼ੋਰ ਅਵਸਥਾ 'ਚ ਕਿਹੜੇ ਨੇ, ਅਡਲਟਹੁੱਡ 'ਚ ਕਿਹੜੇ ਨੇ, ਵਗੈਰਾ ਵਗੈਰਾ, ਠੀਕ ਹੈ ਜੀ, ਇਹ ਚੀਜ਼ ਆ ਗਈ। ਫਿਰ ਅੱਗੇ ਜੇ ਆਪਾਂ ਗੱਲ ਕਰਾਂਗੇ, ਤੁਸੀਂ ਦੇਖ ਰਹੇ ਹੋ ਕਿ ਆਟੋਨੋਮੀ ਵਰਸਸ ਸ਼ੇਮ 2 ਤੋਂ 4 ਆ, ਤਾਂ ਇਸ ਤਰੀਕੇ ਨਾਲ ਇਹ ਪੂਰੇ ਦੇ ਪੂਰੇ ਕ੍ਰਾਈਸਿਸ ਦੀ ਤੁਸੀਂ ਜਿਹੜੀ ਹੈਗੀ ਆ ਉਹਨਾਂ ਦੀ ਸਮਝ ਰੱਖਣੀ ਆ ਜੀ, ਠੀਕ ਹੈ ਜੀ। ਤੁਸੀਂ ਇਹ ਆਈ ਥਿੰਕ ਸਾਰੇ ਨੋਟ ਕਰ ਲਏ ਹੋਣਗੇ। ਤਾਂ ਅੱਜ ਦੀ ਇਹ ਥਿਊਰੀ ਸੀ ਜੀ, ਬਹੁਤ ਇੰਪੋਰਟੈਂਟ ਥਿਊਰੀ ਸੀ, ਜਿਸ ਦੇ ਵਿੱਚ ਤੁਸੀਂ ਆਇਡੈਂਟੀਕਲ ਕ੍ਰਾਈਸਿਸ, ਲਾਈਫ ਸਪੈਨ ਤੇ ਸਾਈਕੋ ਸੋਸ਼ਲ ਥਿਊਰੀ ਬਾਈ ਐਰਿਕ ਰਿਕਸਨ ਨੂੰ ਅਸੀਂ ਪੜ੍ਹਿਆ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ। ਬਾਕੀ ਹੋਰ ਸਾਈਕੋਲੋਜੀ ਦੇ ਕਨਸੈਪਟਸ ਲਈ ਤੁਸੀਂ ਸਾਡੇ ਨਾਲ ਬਣੇ ਰਹੋ। ਅੱਜ ਲਈ ਇੰਨਾ ਕਾਫੀ ਆ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।